ਸਾਲ ਗ੍ਰਾਮ ਬਿਪ ਪੂਜ ਮਨਾਵ। ਸਾਲ ਗ੍ਰਾਮ ਬਿਪ ਪੂਜ ਮਨਾਵੋ। ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਧੋ। ਦਇਆ ਕਰੋ ਦਇਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਕਾਚੀ ਟਹਿਕ ਦੁਆਲ ਕਾਹੇ ਗਚ ਲਾਵੋ। ਕਾਚੀ ਟਹਿਗ ਦੀਵਾਲ ਕਾਹੇ ਗਚ ਲਾਵੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਪ ਵਡਭਾਗੇ ਹੋ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ ਗੁਰ ਇਤਿਹਾਸ ਦੀ ਵਿਚਾਰ ਆਪਸ ਵਿੱਚ ਸਾਂਝੀ ਕਰੀਏ। ਜੋ ਆਪਾਂ ਪਿਛਲੇ ਦਿਨਾਂ ਤੋਂ ਲੜੀਵਾਰ ਗੁਰਬਾਣੀ ਗੁਰ ਇਤਿਹਾਸ ਸੁਣਦੇ ਆ ਰਹੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਜੋ ਵਿਚਾਰ ਪਿੱਛੇ ਚੱਲ ਰਹੀ ਸੀ ਉਸ ਨੂੰ ਅੱਜ ਦੀ ਲੜੀ ਨਾਲ ਜੋੜ ਕੇ ਆਓ ਵਿਚਾਰਾਂ ਦੀ ਸਾਂਝ ਸ਼ੁਰੂ ਕਰੀਏ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ। ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੇ ਪੂਰੀ ਮਨੁੱਖਤਾ ਦੇ ਵਿੱਚ ਗਿਆਨ ਦੀ ਦਾਤ ਵੰਡ ਕੇ ਐਸਾ ਇੱਕ ਕ੍ਰਾਂਤੀਕਾਰੀ ਜੀਵਨ ਬਣਾਇਆ। ਬਹੁ ਗਿਣਤੀ ਦੇ ਲੋਕ ਜਿਨ੍ਹਾਂ ਦੇ ਜੀਵਨ ਵਿੱਚ ਕਦੇ ਨਾ ਤਬਦੀਲੀ ਆਉਣ ਦੀ ਆਸ ਸੀ, ਉਹਨਾਂ ਨੂੰ ਬਦਲ ਕੇ ਸਿੱਧੇ ਰਸਤੇ ਪਾ ਦਿੱਤਾ। ਆਪਾਂ ਲਫ਼ਜ਼ ਵਰਤਿਆ ਜਿਨ੍ਹਾਂ ਦੀ ਜ਼ਿੰਦਗੀ 'ਚ ਤਬਦੀਲੀ ਆਉਣ ਦੀ ਆਸ ਹੀ ਨਹੀਂ ਸੀ ਵੀ ਬਦਲ ਜਾਣਗੇ। ਤੇ ਪੂਰਾ ਸਾਂਝਾ ਲਫ਼ਜ਼ ਆਪਾਂ ਵਰਤਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਭੁੱਲੀ ਭਟਕੀ ਅਟਕੀ ਦੁਨੀਆ ਨੂੰ ਸੋਹਣਾ ਜੀਵਨ ਦਿੱਤਾ। ਦੁਨੀਆ ਦੇ ਵਿੱਚ ਬਹੁਤ ਕੁਛ ਵੰਡਿਆ ਜਾਂਦਾ, ਧਨ ਵੰਡਿਆ ਜਾਂਦਾ, ਸੋਨਾ ਚਾਂਦੀ ਵੰਡੇ ਜਾਂਦੇ ਨੇ, ਜ਼ਮੀਨਾਂ ਵੰਡੀਆਂ ਜਾਂਦੀਆਂ ਨੇ, ਮਕਾਨ ਵੰਡੇ ਜਾਂਦੇ ਆ, ਅੰਨ ਵੰਡਿਆ ਜਾਂਦਾ, ਕੱਪੜਾ ਵੰਡਿਆ ਜਾਂਦਾ। ਪਰ ਚੇਤਾ ਰੱਖਿਓ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੁਨੀਆ ਦੇ ਵਿੱਚ ਰਹਿ ਕੇ ਦੁਨੀਆ ਨੂੰ ਸਿਆਣਪ ਦੀ ਦਾਤ ਵੰਡ ਕੇ ਸੋਹਣਾ ਜੀਵਨ ਬਣਾਉਣ। ਬਹੁਤ ਘੱਟ ਲੋਕ ਹੁੰਦੇ ਨੇ, ਪਰ ਇਹ ਸੇਵਾ ਬਾਬੇ ਨਾਨਕ ਦੇ ਹਿੱਸੇ ਆਈ ਆ। ਤੇ ਉਸੇ ਬਾਬੇ ਨਾਨਕ ਦਾ ਪਿਛੋਕੜ ਆਪਾਂ ਕੱਲ ਪੜ੍ਹਿਆ ਸੀ
ਵੀ ਹਰਿਦੁਆਰ ਦੀ ਧਰਤੀ ਤੇ ਕੈਸਾ ਕ੍ਰਾਂਤੀਕਾਰੀ ਨਾਅਰਾ ਲਾਇਆ, ਉਹ ਆਪ ਸੁਣ ਚੁੱਕੇ ਹੋ। ਫਿਰ ਵੈਸ਼ਨੋ ਸਾਧ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਚਾ ਹੁੰਦੀ ਹੈ, ਵੈਂਸ ਕਹਿ ਲਓ, ਤੇ ਬੜੇ ਸੁਚੱਜੇ ਤੇ ਸਰਲ ਢੰਗ ਦੇ ਨਾਲ ਵੈਸ਼ਨੋ ਸਾਧ ਦਾ ਜੀਵਨ ਬਦਲਿਆ। ਉਹਨੂੰ ਦੱਸਿਆ ਵੀ ਸੱਚੀ ਮੁੱਚੀ ਵੈਸ਼ਨੋ ਕਿਵੇਂ ਬਣਿਆ ਜਾਂਦਾ, ਸੁੱਚਾ ਕਿਵੇਂ ਬਣਿਆ ਜਾਂਦਾ, ਉਹਨੂੰ ਸਮਝਾਇਆ। ਪਵਿੱਤਰ ਕਿਵੇਂ ਬਣਿਆ ਜਾਂਦਾ ਹੈਗਾ, ਉਹਨੂੰ ਦੱਸਿਆ, ਦੱਸਿਆ ਅਸਲ ਤੌਰ ਤੇ। ਇੱਥੋਂ ਤੱਕ ਆਪਾਂ ਸੁਣਿਆ ਸੀ। ਇਸ ਤੋਂ ਅੱਗੇ ਹੁਣ ਇਸ ਤੋਂ ਅਗਲਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਜੀ ਦਾ। ਇਦੋਂ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਗੋਰਖ ਮੱਤੇ ਵੀ ਜਾਂਦੇ ਆ, ਅਯੁੱਧਿਆ ਵੀ ਜਾਂਦੇ ਆ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪਾਂ ਨੂੰ ਪਤਾ ਪ੍ਰਯਾਗ ਤੇ ਬਨਾਰਸ ਵੀ ਜਾਂਦੇ ਆ। ਜਿਹੜਾ ਪ੍ਰਯਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਤੋਂ ਅਗਲਾ ਜਾਣ ਦਾ ਮਿਸ਼ਨ ਸੀ। ਉੱਥੇ 3 ਨਦੀਆਂ ਦਾ ਸੁਮੇਲ ਆ, ਗੰਗਾ, ਜਮਨਾ, ਸਰਸਵਤੀ, ਸੰਗਮ ਵੀ ਕਿਹਾ ਜਾਂਦਾ। ਉੱਥੇ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਆ, ਤੇ ਇੱਕ ਗੱਲ ਪ੍ਰਚਲਿਤ ਕੀਤੀ ਹੋਈ ਆ, ਦੁਨੀਆ ਦਾ ਘਾਣ ਕਰਨ ਵਾਸਤੇ ਜਿਹੜਾ ਵਿਅਕਤੀ ਇਸ ਬੋਹੜ ਤੇ ਚੜ੍ਹ ਕੇ ਡਿੱਗ ਕੇ ਮਰ ਜੂਗਾ ਤੇ ਉਹ ਸਿੱਧਾ ਸਵਰਗ ਨੂੰ ਜਾਊਗਾ, ਉਹਦਾ ਜਨਮ ਮਰਨ ਕੱਟਿਆ ਜਾਊਗਾ, ਉਹ ਮੁਕਤ ਹੋ ਜਾਊਗਾ, ਉਹਦੇ ਪਾਪ ਲੱਥ ਜਾਣਗੇ, ਖਤਮ ਹੋ ਜਾਣਗੇ। ਇਹ ਇੱਥੋਂ ਦੀ ਇੱਕ ਉਹਨਾਂ ਟਾਈਮਾਂ ਦੀ ਪ੍ਰਚਲਿਤ ਗੱਲ ਆ ਵੀ ਇਸ ਬੋਹੜ ਤੋਂ ਡਿੱਗ ਕੇ ਮਰਨ ਵਾਲਾ ਜੀਵਨ ਮੁਕਤ ਆ। ਪਰ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਬਹੁਤ ਵੱਡਾ ਜਾ ਕੇ ਹਾਦਾ ਨਾਰਾ ਮਾਰਿਆ ਵੀ ਇਹ ਤੁਹਾਡੇ ਵਾਸਤੇ ਬਹੁਤ ਘਟੀਆ ਗੱਲ ਆ, ਤੁਹਾਡੇ ਵਾਸਤੇ ਬਹੁਤ ਨਕੰਮੀ ਗੱਲ ਆ। ਇਦਾਂ ਦੇ ਤੁਸੀਂ ਵਹਿਮ ਭਰਮ ਦੇ ਵਿੱਚ ਫਸੇ ਹੋਏ ਹੋ। ਮੁਕਤ ਕਿਵੇਂ ਹੋਈਦਾ? ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਤੋਂ ਮੁਕਤ ਕਰਕੇ, ਬਚਾ ਕੇ। ਜੰਮਣ ਮਰਨ ਤੋਂ ਕਿਵੇਂ ਰਹਿਤ ਹੋਈਦਾ? ਅਸਲ ਤਲ ਤੇ ਜ਼ਿੰਦਗੀ ਦਾ ਸਰੀਰਕ ਪੱਖ ਨਾਲ ਜੰਮਣ ਮਰਨ ਦਾ ਸੰਬੰਧ ਨਹੀਂ, ਸੁਰਤ ਨਾਲ। ਤੇ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭੌਰਾ ਬਣਾਤਾ, ਉਹ ਤਾਂ ਭਾਈ ਕੁਦਰਤੀ ਤੌਰ ਤੇ ਜੰਮਣ ਮਰਨ ਤੋਂ ਮੁਕਤ ਹੋ ਜਾਣਗੇ। ਕਾਹਨੂੰ ਚੱਕਰ ਚ ਪੈਂਦੇ ਹੋ ਤੁਸੀਂ? ਚਲੋ, ਕਹਿਣ ਤੋਂ ਮੁਰਾਦ ਪ੍ਰਯਾਗ ਦੀ ਧਰਤੀ ਤੇ ਬਾਬੇ ਨਾਨਕ ਨੇ ਸੱਚ ਦਾ ਹੋਕਾ ਮਾਰਿਆ ਤੇ ਅਨੇਕਾਂ ਲੋਕਾਂ ਦਾ ਉਧਾਰ ਕੀਤਾ। ਅਨੇਕਾਂ ਲੋਕਾਂ ਨੇ ਸੱਚ ਦੀ ਗੱਲ ਸੁਣ ਕੇ ਬਾਬੇ ਨਾਨਕ ਦੇ ਪੈਰ ਫੜ ਲਏ। ਪਤਾ ਲੱਗ ਗਿਆ ਵੀ ਇਸ ਭਰਮ ਭੁਲੇਖੇ ਦੇ ਵਿੱਚੋਂ, ਇਸ ਝੰਜਟ ਦੇ ਵਿੱਚੋਂ ਆਪਾਂ ਨਿਕਲ ਗਏ, ਤੇ ਇਸ ਚੱਕਰ ਦੇ ਵਿੱਚ ਫਸ ਕੇ ਸਾਡੀ ਜ਼ਿੰਦਗੀ ਖਤਮ ਤਾਂ ਹੋ ਰਹੀ ਆ, ਪਰ ਜੀਵਨ ਨਹੀਂ ਮਿਲ ਰਿਹਾ। ਜੀਵਨ ਦੇਣ ਵਾਲਾ ਤਾਂ, ਸਿਆਣਪ ਦੇਣ ਵਾਲਾ ਤਾਂ ਅੱਜ ਉੱਥੇ ਪਹੁੰਚਿਆ। ਫਿਰ ਪਾਤਸ਼ਾਹ ਜੀ ਆਪਾਂ ਨੂੰ ਪਤਾ ਇਸ ਤੋਂ ਬਾਅਦ ਪਹੁੰਚਦੇ ਨੇ ਅਯੁੱਧਿਆ ਦੇ ਵਿੱਚ। ਇਹ ਉਹੀ ਅਯੁੱਧਿਆ ਜਿੱਥੇ ਰਾਮਚੰਦਰ ਰਹਿੰਦਾ ਸੀ। ਦਸ਼ਰਥ ਨੇ ਘਰੋਂ ਕੱਢਤਾ, ਲక్ష్మణ, ਸੀਤਾ, ਰਾਮ ਤਿੰਨੇ ਜਣੇ ਇਹ ਅਯੁੱਧਿਆ ਦੇ ਵਿੱਚ ਰਹੇ। ਤੇ ਹੁਣ ਚੇਤਾ ਰੱਖਿਓ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇੱਥੇ ਗਏ ਨੇ ਤਾਂ ਇੱਥੇ ਵੀ ਇੱਕ ਬਹੁਤ ਵੱਡਾ ਪਖੰਡ ਕੀਤਾ ਜਾਂਦਾ, ਤੇ ਜਿਹੜਾ ਪਖੰਡ ਇੱਥੇ ਕੀਤਾ ਜਾਂਦਾ ਗਾ ਉਹ ਸਾਡੇ ਸੰਸਾਰ 'ਚ ਵੀ ਆ।
ਅੱਜ ਵੀ ਅਸੀਂ ਉਸ ਪਖੰਡ ਦੇ ਕਹਿ ਲੋ ਵੀ ਧਾਰਨੀ ਹੋਏ ਵੇ ਆ, ਸਾਨੂੰ ਵੀ ਨਹੀਂ ਉਹ ਪਖੰਡ ਬਿਨਾਂ ਸਰਦਾ। ਤੇ ਇੱਥੇ ਤੁਲਸੀ ਦੀ ਪੂਜਾ ਹੁੰਦੀ ਆ, ਚੰਦਨ ਦੀ ਪੂਜਾ ਹੁੰਦੀ ਆ, ਬੁੱਤਾਂ ਦੀ ਪੂਜਾ ਹੁੰਦੀ ਆ, ਤਰ੍ਹਾਂ ਤਰ੍ਹਾਂ ਦੀ ਇੱਥੇ ਪੂਜਾ ਕੀਤੀ ਜਾਂਦੀ ਆ ਮਨ ਮਤ। ਪਰ ਗੁਰੂ ਦਾ ਉਪਦੇਸ਼ ਕੀ ਆ ਵੀ ਅਸੀਂ ਸੱਚ ਦੇ ਪੁਜਾਰੀ ਬਣਨਾ, ਸੱਚ ਦੇ ਆਸ਼ਿਕ ਬਣਨਾ। ਅਸੀਂ ਘਟੀਆ ਚੀਜ਼ਾਂ ਮਨ ਮੱਤੀ ਕਰਮਾਂ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਪਾਲਣਾ। ਤੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨਾ ਇੱਥੇ ਜਾ ਕੇ ਸਭ ਨੂੰ ਸਮਝਾਇਆ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ, ਸਰਨਾਈ ਓਇਲੇ ਜਾਰੇ ਓਇਲੇ ਗਾਢੇ, ਤੇਰੀ ਗੱਤ ਦੂਹੂ ਨਾ ਪਾਈ। ਬੁੱਤਾਂ ਦੇ ਖਿਲਾਫ, ਮੂਰਤੀ ਦੇ ਖਿਲਾਫ ਬਾਬੇ ਨਾਨਕ ਨੇ ਆਪਣੇ ਵੱਲੋਂ ਬੜੀ ਜ਼ਬਰਦਸਤ ਆਵਾਜ਼ ਉਠਾਈ, ਬੁੱਤ ਨਹੀਂ ਪੂਜਣੇ। ਇੱਥੇ ਪਿਆਰਿਓ ਗੱਲ ਧਿਆਨ ਵਿੱਚ ਰੱਖਿਓ, ਬਾਬੇ ਨਾਨਕ ਨੇ ਇਹ ਗੱਲ ਨਾ ਜਿੱਥੇ ਲੋਕ ਬੁੱਤ ਪੂਜ ਰਹੇ ਨੇ ਮੰਦਰਾਂ ਦੇ ਵਿੱਚ, ਉੱਥੇ ਜਾ ਕੇ ਕਹੀ ਆ। ਤੇ ਅੱਜ ਤੱਕ ਕਮਾਲ ਆ ਜੀ, ਇਦਾਂ ਦੀ ਗੱਲ ਆਪਾਂ ਨਾ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਕਹੀਏ ਤੇ ਇਤਰਾਜ਼ ਖੜਾ ਹੋ ਜਾਂਦਾ। ਵੈਸੇ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਪਰ ਇਤਰਾਜ਼ ਲੱਗ ਜਾਂਦਾ ਵੀ ਨਹੀਂ ਇਹ ਗੱਲ ਨਹੀਂ ਬੋਲਣੀ ਆਪਾਂ। ਜਿਹਦੇ ਘਰੇ ਜਾ ਕੇ ਗੱਲ ਕਹੀ, ਅੱਜ ਉਹਦੇ ਘਰੇ ਗੱਲ ਕਰਨ ਦਾ ਅਧਿਕਾਰ ਖੁੱਸ ਗਿਆ, ਖੋਹਿਆ ਗਿਆ। ਬਾਬੇ ਨਾਨਕ ਨੇ ਸਮਝਾਇਆ, ਤੁਲਸੀ ਦੀ ਭਲਿਓ ਕਾਹਦੇ ਤੇ ਤੁਸੀਂ ਪੂਜਾ ਕਰਦੇ ਹੋ? ਤੁਲਸੀ ਤਾਂ ਇੱਕ ਆਮ ਪੌਦਾ, ਜਿਵੇਂ ਆਪਾਂ ਕੱਲ ਸੁਣਿਆ ਸੀ ਨਾ, ਸੂਰਜ ਨੂੰ ਪਾਣੀ ਦੇਣਾ, ਤਾਂ ਉਹ ਇੱਕ ਅੱਖਾਂ ਦੀ ਐਕਸਰਸਾਈਜ਼ ਹੈਗੀ। ਇਵੇਂ ਜਿਵੇਂ ਇਹ ਤੁਲਸੀ ਤਾਂ ਇੱਕ ਉਹ ਪੌਦਾ ਜਿਹਨੂੰ ਆਪਣੀ ਜ਼ਿੰਦਗੀ 'ਚ ਸਰੀਰਕ ਤਲ ਤੇ ਵਰਤਣ ਦੇ ਨਾਲ ਕੁਝ ਕੁ ਸਰੀਰ ਨੂੰ ਲਾਭ ਹੁੰਦੇ ਨੇ। ਸਰੀਰ ਨੂੰ ਚਲੋ ਕੁਦਰਤੀ ਗੱਲ ਆ ਵੀ ਜਿਹੜੀ ਚੀਜ਼ ਸਾਡੀ ਜ਼ਿੰਦਗੀ 'ਚ ਲਾਭਦਾਇਕ ਆ ਤੇ ਬੰਦਾ ਉਹਨੂੰ ਪਿਆਰ ਕਰਦਾ। ਦਾਣੇ ਆ, ਸਾਨੂੰ ਨਾ ਬਿਨਾਂ ਸਰਦਾ ਨੀਗਾ ਤੇ ਅਸੀਂ ਢੋਲ ਭਰ ਕੇ ਰੱਖਦੇ ਹਾਂ, ਤੇ ਸਿਆਣਾ ਬੰਦਾ ਪੈਰਾਂ ਵਿੱਚ ਦਾਣਿਆਂ ਨੂੰ ਕਦੇ ਡੁੱਲਣ ਨਹੀਂ ਦਿੰਦਾ। ਰੋਟੀ ਆ, ਸਿਆਣਾ ਬੰਦਾ ਕਦੇ ਪੈਰਾਂ ਵਿੱਚ ਬੁਰਕੀ ਨੂੰ ਲਤਾੜਦਾ ਨਹੀਂ ਹੈ, ਚੱਕ ਕੇ ਉੱਚੇ ਥਾਂ ਤੇ ਧਰ ਦਿੰਦਾ। ਸਤਿਕਾਰ ਆ, ਅੰਨ ਆ, ਸਾਨੂੰ ਸਰਦਾ ਨਹੀਂ ਉਹਦੇ ਬਿਨਾਂ। ਸਿਆਣਾ ਬੰਦਾ ਹਰ ਚੀਜ਼ ਦੀ, ਜਿਹੜੀ ਚੀਜ਼ ਵਰਤਣ ਚ ਆਉਂਦੀ ਹੈ ਉਹਦੀ ਕਦਰ ਕਰਦਾ ਸਿਆਣਾ ਬੰਦਾ। ਇਵੇਂ ਜਿਵੇਂ ਉਹ ਪੌਦਾ ਗਾ, ਉਹਦੇ ਤੋਂ ਸਾਨੂੰ ਕੁਝ ਸਰੀਰਕ ਤਲ ਤੇ ਲਾਭ ਨੇ, ਤਾਂ ਅਸੀਂ ਉਹਦਾ ਸਤਿਕਾਰ ਕਰਨਾ, ਪਰ ਉਹਦੀ ਪੂਜਾ ਨਹੀਂ ਕਰਨੀ। ਪਰ ਪਿਆਰ ਵਾਲਿਓ ਚੇਤਾ ਰੱਖਿਓ, ਜਿੱਥੇ ਬਾਬੇ ਨਾਨਕ ਨੇ ਇਹ ਗੱਲ ਕਹੀ ਆ ਨਾ, ਉਹ ਰਾਮਚੰਦਰ ਵਾਲੀ ਅਯੁੱਧਿਆ ਦੇ ਵਿੱਚ ਕਹੀ ਹੈ ਗੱਲ ਜਾ ਕੇ। ਤੇ ਅੱਜ ਨਾ ਬਿਰਲਿਆਂ ਨੂੰ ਛੱਡ ਕੇ ਸਾਡੇ ਸਮਾਜ ਦੇ ਵਿੱਚ ਵੀ ਤੁਲਸੀ ਆਦਿਕ ਬੁੱਤਾਂ ਦੀ ਪੂਜਾ ਸਾਡੇ ਲੋਕ ਰੱਜ ਕੇ ਕਰ ਰਹੇ ਨੇ। ਰੁਕ ਗਏ, ਬਚ ਗਏ। ਜੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਤੇ ਅਸੀਂ ਸਮਝ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਗਿਆਨਵਾਨ ਬਣੀਏ, ਬਸ ਇੰਨੀ ਗੱਲ ਆ। ਤੇ ਪਾਤਸ਼ਾਹ ਨੇ ਨਾ ਉੱਥੇ ਸਾਰੇ ਕਾਸੇ ਤੋਂ ਵਰਜਿਆ, ਉਹਨਾਂ ਦੇ ਘਰੇ ਜਾ ਕੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਬਹੁਤੀ ਦੁਨੀਆ ਜਿਹੜੀ ਬਾਬੇ ਨਾਨਕ ਦੇ ਪੈਰ ਫੜਨ ਵਾਲੀ ਆ, ਵੀ ਵਾਹ ਜੀ ਵਾਹ, ਤੁਸੀਂ ਤਾਂ ਸਾਨੂੰ ਬੜਾ ਗਿਆਨ ਦਿੱਤਾ, ਸਦਕੇ ਜਾਈਏ ਤੁਹਾਡੇ ਤੋਂ। ਫਿਰ ਪਾਤਸ਼ਾਹ ਨੇ ਉੱਥੇ ਬਚਨ ਵੀ ਉਚਾਰਨ ਕੀਤਾ, ਸਾਲ ਗ੍ਰਾਮ ਬਿਪ ਤੁਲਸੀ ਪੂਜਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਆ, ਸਾਲ ਗ੍ਰਾਮ, ਬੱਟਿਆਂ ਦੀ ਪੂਜਾ, ਜਾਣੀ ਕਿ ਬੁੱਤਾਂ ਦੀ ਪੂਜਾ। ਉੱਥੇ ਨਾ ਇੱਕ ਅਯੁੱਧਿਆ ਦੇ ਵਿੱਚ ਗੰਡਕੀ ਨਾਮ ਦੀ ਨਦੀ ਆ, ਉਹਦੇ ਵਿੱਚ ਜਦੋਂ ਪਾਣੀ ਵਗਦਾ ਤੇ ਛੋਟੇ ਛੋਟੇ ਪੱਥਰ ਪਹਾੜਾਂ ਦੇ ਵਿੱਚੋਂ ਤਰ ਕੇ ਆ ਜਾਂਦੇ ਨੇ, ਜਾਣੀ ਕਿ ਪਾਣੀ ਦੇ ਪ੍ਰੈਸ਼ਰ ਨਾਲ, ਦਾਬ ਨਾਲ ਰੁੜੇ ਆਉਂਦੇ ਨੇ। ਉਹ ਜਿਵੇਂ ਜਿਵੇਂ ਪੱਥਰ ਰੁੜਦਾ ਗਾ, ਤਾਂ ਉਹ ਜਿੱਥੇ ਪੂਜਾ ਹੁੰਦੀ ਸੀ ਨਾ ਅਯੁੱਧਿਆ ਦੇ ਵਿੱਚ, ਉੱਥੋਂ ਤੱਕ ਆਉਂਦਾ ਆਉਂਦਾ ਇੱਕ ਤਾਂ ਪੱਥਰ ਚਮਕ ਜਾਂਦਾ ਪਾਣੀ ਦੇ ਵਿੱਚ, ਦੂਜਾ ਪੱਥਰ ਦੀਆਂ ਕੰਨੀਆਂ ਗੋਲ ਹੋ ਜਾਂਦੀਆਂ, ਬੱਟਾ ਬਿਲਕੁਲ ਸਾਫ਼ ਹੋ ਜਾਂਦਾ। ਤੇ ਉੱਥੋਂ ਲੋਕ ਚੁਣ ਚੁਣ ਕੇ ਕਾਲੇ ਰੰਗ ਦੇ ਆਦਿਕ ਬੱਟੇ ਕੱਢ ਕੇ ਉਹਨਾਂ ਨੂੰ ਬਾਹਰ ਪੂਜਣ ਲੱਗ ਜਾਂਦੇ ਆ।
ਤੇ ਬਾਬੇ ਨਾਨਕ ਨੇ ਉੱਥੇ ਇਹ ਗੱਲ ਕਹੀ, ਸਾਲ ਗ੍ਰਾਮ ਜਾਣੀ ਕਿ ਬੱਟਿਆਂ ਦੀ ਪੂਜਾ, ਪੱਥਰਾਂ ਦੀ ਪੂਜਾ, ਵਿਪ ਪੂਜ ਮਨਾਮੂ ਸੁਕ੍ਰਿਤ ਤੁਲਸੀ ਮਾਲਾ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਆਪਾਂ ਇਹ ਚੀਜ਼ ਦੀ ਪੂਜਾ ਨਹੀਂ ਕਰਨੀ। ਸੁਕ੍ਰਿਤ ਤੁਲਸੀ ਮਾਲਾ। ਪਾਤਸ਼ਾਹ ਨੇ ਉੱਥੇ ਸਮਝਾ ਦਿੱਤਾ, ਨਾ ਅਸੀਂ ਤੁਲਸੀ ਨਾ ਅਸੀਂ ਚੰਦਨ ਆਦਿਕ ਦੀਆਂ ਮਲਾਵਾਂ ਦੇ ਚੱਕਰ 'ਚ ਪੈਣਾ। ਤੇ ਅੱਗੇ ਪਾਤਸ਼ਾਹ ਕਹਿੰਦੇ ਨੇ, ਰਾਮ ਨਾਮ ਜਪ ਬੇੜਾ ਬੰਧੋ। ਭਲਿਓ ਆਪਾਂ ਆਹ ਕੰਮ ਕਰਨਾ, ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੇ ਪੁਜਾਰੀ ਬਣਨਾ। ਰਾਮ ਨਾਮ ਜਪ, ਫਿਰ ਕੀ ਹੋਊਗਾ? ਬੇੜਾ ਬੰਧੋ, ਜਾਣੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਸਾਡਾ ਬੇੜਾ ਇਸ ਦੁਨੀਆ ਵਿੱਚੋਂ ਤਰਨਾ। ਬੇੜਾ ਬੰਧੋ। ਫਿਰ ਪਾਤਸ਼ਾਹ ਕਹਿੰਦੇ ਨੇ, ਦਇਆ ਕਰੋ ਦਇਆਲਾ। ਭਲਿਓ ਤੁਸੀਂ ਪੱਥਰਾਂ ਨੂੰ ਪੂਜਦੇ ਨਾ ਪੱਥਰਾਂ ਵਰਗੇ ਹੋਏ ਪਏ ਹੋ। ਮਾੜੀ ਮੋਟੀ ਆਪਣੀ ਜ਼ਿੰਦਗੀ ਦੇ ਵਿੱਚ ਦਇਆ ਧਾਰਨ ਕਰੋ। ਮਾੜੀ ਮੋਟੀ ਆਪਣੀ ਜ਼ਿੰਦਗੀ 'ਚ ਨਾ ਦਇਆ ਲਾ ਕੇ ਆਵੋ, ਫਿਰ ਤੁਹਾਡਾ ਜੀਵਨ ਪਤਾ ਕਿਹੋ ਜਿਹਾਗਾ? ਇਹੋ ਜਿਹਾ ਜੀਵਨ ਆ ਗੁਰੂ ਨਾਨਕ ਪਾਤਸ਼ਾਹ ਨੇ ਨਾ, ਚਲੋ ਜੋ ਇਤਿਹਾਸ ਦੇ ਵਿੱਚ ਗੱਲ ਲਿਖੀ ਹੈ ਉਹ ਤਾਂ ਅਲੱਗ ਆ, ਪਰ ਜਿਹੜੀ ਗੁਰਬਾਣੀ 'ਚ ਆ ਉਹਨੂੰ ਤਾਂ ਆਪਾਂ ਨੂੰ 100% ਮੰਨਣਾ ਪੈਣਾ ਨਾ। ਬਾਬੇ ਨਾਨਕ ਨੇ ਇਹ ਅਯੁੱਧਿਆ ਦੀ ਗੱਲ ਨੂੰ ਇਤਿਹਾਸ ਤੋਂ ਲਿਖਣਾ ਹੀ ਲਿਖਣਾ ਗਾ, ਗੁਰਬਾਣੀ ਵਿੱਚ ਵੀ ਲਿਖਤਾ। ਤੇ ਪਾਤਸ਼ਾਹ ਜੀ ਜ਼ਿਕਰ ਕੀ ਕਰਦੇ ਨੇ? ਕਹਿੰਦੇ ਤੁਹਾਡਾ ਜੀਵਨ ਨਾ ਐਸਾ ਕਿਹੋ ਜਿਹਾ? ਪਾਤਸ਼ਾਹ ਜੀ ਕਹਿੰਦੇ ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਨਿਰਦਈ ਕਹਿ ਦਈਏ। ਹੁਣ ਕਿਸੇ ਦੇ ਮੂੰਹ ਤੇ ਕਿਸੇ ਨੂੰ ਨਿਰਦਈ ਕਹਿਣਾ ਆਮ ਗੱਲ ਨਹੀਂ ਹੈ। ਸਿਆਣਾ ਬੰਦਾ ਹੀ ਘੂਰ ਸਕਦਾ, ਸਿਆਣਾ ਬੰਦਾ ਹੀ ਝਿੜਕ ਸਕਦਾ, ਸਿਆਣਾ ਬੰਦਾ ਹੀ ਕਿਸੇ ਨੂੰ ਤਿੱਖਾ ਵਚਨ ਬੋਲ ਸਕਦਾ, ਜਿਹੜਾ ਖੁਦ ਸਿਆਣਾ ਗਾ। ਇੱਥੋਂ ਸਿੱਧ ਹੁੰਦਾ ਵੀ ਬਾਬਾ ਨਾਨਕ ਬੜਾ ਸਿਆਣਾ ਸੀ। ਸਭ ਤੋਂ ਵੱਡਾ ਸਤਿਗੁਰ ਨਾਨਕ ਤਾਈਓ ਆ, ਸਾਰੀ ਦੁਨੀਆ ਦੇ ਵਿੱਚੋਂ ਤਾਈਓ ਵੱਡਾ ਗਾ ਭਾਈ। ਫਿਰ ਪਾਤਸ਼ਾਹ ਨੇ ਬਚਨ ਕੀ ਉਚਾਰਨ ਕੀਤਾ? ਕਹਿੰਦੇ ਕਾਹੇ ਕਲਰਾ ਸਿੰਚੋ। ਕਹਿੰਦੇ ਤੁਹਾਡਾ ਜੀਵਨ ਤਾਂ ਨਾ ਇਹ ਕਲਰ ਬਣ ਚੁੱਕਿਆ ਹੈਗਾ। ਕਲਰ ਬਣ ਚੁੱਕਿਆ ਹੈਗਾ, ਮਤਲਬ ਕਲਰ ਦੀ ਮਿੱਟੀ ਉਹ ਕਹੇ ਜੀ ਹੁੰਦੀ ਹੈ, ਜੇ ਤਾਂ ਭਿੱਜੀ ਹੋਈ ਆ ਤਾਂ ਜੁੜੀ ਹੋਈ ਆ, ਤੇ ਜਦੋਂ ਸੁੱਕ ਗਈ ਫਿਰ ਉਹ ਭੁਰ ਜਾਂਦੀ ਆ। ਮਤਲਬ ਬਾਬੇ ਨਾਨਕ ਨੇ ਵਿਅੰਗ ਕੀ ਦੱਸਿਆ ਵੀ ਤੁਹਾਡਾ ਜੀਵਨ ਤਾਂ ਕਲਰ ਦੀ ਮਿੱਟੀ ਵਰਗਾ ਗਾ। ਕਾਹੇ ਕਲਰਾ ਸਿੰਚੋ, ਸਿੰਚੋ ਤੋਂ ਭਾਵ ਸਿੰਜਣਾ, ਭਿੱਜਣਾ। ਜਿੰਨਾ ਟਾਈਮ ਤਾਂ ਤੁਸੀਂ ਇਹ ਕੰਮ ਕਰਦੇ ਹੋ ਉਹਨਾਂ ਟਾਈਮ ਤਾਂ ਮਾੜਾ ਮੋਟਾ ਲੋਕਾਂ ਨੂੰ ਦੀਨੇ ਹੋ ਵੀ ਹਾਂ ਇਹ ਜੁੜੇ ਹੋਏ ਨੇ, ਉਹ ਮਿੱਟੀ ਵਾਂਗ ਨਾ ਭਿੱਜੇ ਹੋਏ ਨੇ, ਗਿੱਲੇ ਹੋਏ ਪਏ ਨੇ, ਬੜੇ ਨਰਮ ਨੇ। ਜਦੋਂ ਤੁਸੀਂ ਦਹਲੀਜ਼ ਤੋਂ ਪਿੱਛੇ ਪੈਰ ਧਰ ਲੈਂਦੇ ਹੋ ਤੇ ਨਾਲ ਦੀ ਨਾਲ ਤੁਹਾਡਾ ਜੀਵਨ ਉਹ ਭਿੱਜਣ ਵਾਲੇ ਪੱਖ ਤੋਂ ਟੁੱਟ ਕੇ ਮਿੱਟੀ ਵਾਂਗੂ ਭੁਰ ਜਾਂਦਾ, ਜਾਣੀ ਕਿ ਤੁਸੀਂ ਆਪਣੇ ਬਚਨਾਂ ਤੋਂ ਖਿਸਕ ਜਾਂਦੇ ਹੋ। ਕਾਹੇ ਕਲਰਾ ਸਿੰਚੋ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਨਮ ਗਵਾਵੋ। ਤੁਸੀਂ ਤਾਂ ਪਿਆਰੋ ਜਨਮ ਗਵਾ ਰਹੇ ਹੋ, ਜਨਮ ਸਵਾਰ ਨਹੀਂ ਰਹੇ। ਫਿਰ ਪਾਤਸ਼ਾਹ ਜੀ ਕਹਿੰਦੇ ਕਾਚੀ ਟਹਿਗ ਦਵਾਲ ਕਾਹੇ ਗੱਚ ਲਾਵੋ। ਬੜਾ ਵਧੀਆ ਪਾਤਸ਼ਾਹ ਨੇ ਵਿਅੰਗ ਲੈਤਾ ਗਾ। ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡਾ ਜੀਵਨ ਐਸਾ ਤੁਲਸੀ ਮਾਲਾ ਪੱਥਰ ਪੂਜਣ ਵਾਲਿਓ ਕਿਹੋ ਜਿਹਾ? ਜਿਵੇਂ ਕੱਚੀ ਕੰਧ ਤੇ ਨਾ ਪਲਸਤਰ ਕਰ ਦਈਏ, ਤੇ ਕੱਚੀ ਕੰਧ ਤੇ ਕੀਤਾ ਹੋਇਆ ਪਲਸਤਰ ਇਹ ਰੁਕਦਾ ਨਹੀਂ ਹੈ, ਡਿੱਗ ਪੈਂਦਾ। ਖੁਦ ਕੰਧ ਹੀ ਨਹੀਂ ਰਹਿੰਦੀ ਗੀ, ਖੁਦ ਕੰਧ ਹੀ ਕਾਚੀ, ਕਾਚੀ ਤੋਂ ਭਾਵ ਕੱਚੀ, ਟਹਿਗ, ਟਹਿਗ ਤੋਂ ਭਾਵ ਕੰਧ, ਕੰਧ ਡਿੱਗ ਪੈਂਦੀ ਆ। ਕੱਚੀ ਕੰਧ ਨਿਕਲੀ ਹੋਈ ਅਕਸਰ ਡਿੱਗ ਪੈਂਦੀ ਆ, ਪਰ ਉਸ ਕੰਧ ਤੇ ਜੇ ਕੋਈ ਪਲਸਤਰ ਚੜਾਵੇ, ਪਲਸਤਰ ਆਪਾਂ ਸਮਝਦੇ ਆ ਵੀ ਜੇ ਉੱਤੇ ਕੋਈ ਪਲਸਤਰ ਕਰੇ ਨਾ ਤਾਂ ਕਦੇ ਵੀ ਪਲਸਤਰ ਉਸ ਕੰਧ ਤੇ ਚੜ ਨਹੀਂ ਸਕਦਾ, ਲੱਗ ਨਹੀਂ ਸਕਦਾ। ਕਾਚੀ ਟਹਿਗ ਦਵਾਲ ਕਾਹੇ ਗੱਚ ਲਾਵੋ। ਤੇ ਤੁਹਾਡਾ ਜੀਵਨ ਤਾਂ ਨਾ ਕੱਚੀ ਕੰਧ ਵਰਗਾ, ਕੱਚੀ ਕੰਧ ਤੇ ਪਲਸਤਰ ਵਰਗਾ ਗਾ। ਤੁਸੀਂ ਧਾਰਮਿਕ ਚਿੰਨ੍ਹ ਨਾ ਆਪਣੇ ਤਨ ਤੇ ਇਹ ਕੱਚੀ ਕੰਧ ਤੇ ਪਲਸਤਰ ਕੀਤਾ ਹੋਇਆ ਗਾ, ਇਹਨਾਂ ਚਿੰਨ੍ਹਾਂ ਦਾ ਕੋਈ ਫਾਇਦਾ ਨਹੀਂ ਹੈ। ਬਾਬਾ ਕਬੀਰ ਸਾਹਿਬ ਨੇ ਵੀ ਲਿਖਿਆ ਨਾ, ਕਿਆ ਪੜ੍ਹੀ ਹੈ
क्या गुनीऐ, क्या वेद पुराना सुनीऐ। वाहिगुरू जी ने बिल्कुल सच लिखिया, कहंदे तेरे की पढ़न दा फायदा, की सुनन दा फायदा। क्या पढ़िया, क्या गुणीऐ, क्या वेद पुराना सुनीऐ, की तेरे गुणवान होने दा फायदा। कोई फायदा ही नहीं गा, मतलब ही नहीं कोई है। पातशाह जी इवें जिवें कबीर साहब लिखते ने, गली जिन्ना जप मालियां, जानी कि पलस्तर की गल चल रही हैगी, गल दे विच माला भी पाई हुई है। लोटा हथ नवग, हथ दे विच लोटा भी फड़िया होया हैगा। ओए हर के संत ना आखिए, बनारस के ठग। कितों दी कोई चीज़ मशहूर हुंदी आ, कितों दी कोई चीज़ मशहूर हुंदी आ। किते कपड़ा मशहूर आ, किते गुड़ मशहूर आ, किते खंड मशहूर आ, किते कुछ मशहूर आ, किते कुछ मशहूर आ, पर बनारस दे ठग मशहूर ने। ते जिन्हां बनारस दे ठगां दा गुरबाणी विच भी जिक्र कीता है। फिर पातशाह ने उन्हां नूं समझाया, कहंदे प्यारिओ तुहाडा जीवन बर्बाद हो रहा गा, तुसीं गलत कंमां दे विच पए होए हो। अपने जीवन नूं सवारना है, एक अकाल पुरख दी पूजा करो, उहदे पुजारी बनो, सच दे आशिक बनो। पत्थरां नूं पूजनों हटो, बुत पूज पूज हिंदू मूए, तुरक मूए सरनाई। कुछ नहीं मिलना गा, ये दरख्तां दी पौदियां दी पूजा करके तुहानूं कुछ नहीं मिलना। हाँ उदां सत्कार आपां सब दा कर सकदे आ, दरख्तां दा संभाल करनी सत्कार करना फर्ज आ, पौदियां दी संभाल करनी सत्कार करना फर्ज आ। पर पातशाह जी कहंदे मनमती कंमां विच ना बचो। पर इत्थे इतिहासकार लिखदे ने, अयोध्या दे विच बाबे नानक दे सच दे होके ने एक नहीं अनेकां लोकां दा जीवन बदलिया, ते अनेकां लोक गुरु नानक साहिब दे हक विच खड़ गए, अनेकां ही खड़ गए। ताइयों आपां बाणी चों पढ़दे, सब ते वड्डा सतगुरु नानक। वाकई भाई गुरु नानक साहब वड्डा, जिहड़ा अपने ना गुआंढियां दे घरे जाके, दूजियां दे घरे जाके सच दी गल करिया। ते अज तां बाबे नानक दे घरे सच दी गल करनी बंद हो चुकी है। इस तो अगे पातशाह जी आपां नूं पता, पड़ा दर पड़ा हुंदियां होइयां ये पहली प्रचारक फेरी आ, पहली उदासी आ। फिर इस तो अगे पातशाह जी आपां नूं पता भी गोरख मत्ते दी धरती ते आउंदे ने, जिथे गोरख दा मत है। गोरख एक जोगी आ, ਉਹ जोगी मन्निया परमन्निया, इउं कह लो भी जोगियां दा गुरु आ। ते गोरख दा मत आ, गोरख दा जिहड़ा प्रभाव आगा ये बहुत ज्यादा उन्हां ते भी, उहदे चेलियां ते भी, ते लोकां ते भी। कुदरती गल आ भी जिथे जिहो जी कोई चीज़ वरती जाती आ, उत्थे उहो जिहा प्रभाव पैंदा। जिथे नशा पिंड दे विच ज़्यादा होवे, उत्थे नशे दा प्रभाव पै जांदा। निक्के निक्के न्याणे भी उस नशेपण दे विच फस जांदे ने। जिथे कोई रब दी गल कीती जांदी आ, उत्थे भाई आम भी ते सियाणे भी ते न्याणे भी उत्थे ओ परमात्मा दी गल सुनन विच राजी हुंदे ने। जानी कि जिथे किहो जी कोई आदत पक चुकी आ, उत्थे उहो जिहा प्रभाव है। हुण गोरख दा प्रभाव बहुत ज्यादा, ते गुरु नानक साहब जी इत्थे पहुंचे ने। ते आप जी नूं पता, जिहड़े जोगी लोक आ ना, एक तां इह हुशियार बहुत हुंदे ने, जानी कि जिन्हां नूं आपां कह दईए तेज चलाक। ते दूजी गल, इह आम लोकां नूं ना आम ही समझदे ने, इन्हां दे विच होशापण वध हुंदा, जिन्हों आपां फुकरा पक्ष भी कह सकते ने। होछी मत, घटिया मत, हल्की मत इन्ना ज्यादा हुंदी आ। ये क्यों? ये आपां नूं गुरु नानक साहब दसणगे भी ये क्यों आई, ना कुछ क्यों इन्हां च। कुदरती गल आ भी इन्हां दे विच ये कुछ तां भी ये मनदे ने भी असीं सियाणे आ, असीं घर-बार छड्डता,
ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਭਗਵੇਂ ਕੱਪੜੇ ਪਾਲੇ, ਸਾਡੀ ਰੀਸ ਕੋਈ ਕਰ ਨਹੀਂ ਸਕਦਾ। ਇਹ ਤਾਂ ਜੋਗੀਆਂ ਦੀ ਗੱਲ ਆ ਨਾ। ਜਿਹੜੇ ਮਨੁੱਖ ਦੇ ਅੰਦਰ ਇਹ ਖਿਆਲ ਬਣ ਜੇ ਮੇਰੀ ਕੋਈ ਰੀਸ ਨਹੀਂ ਕਰ ਸਕਦਾ, ਉਹ ਕੁਦਰਤੀ ਤੌਰ ਤੇ ਹੋਛਾ ਹੋ ਜਾਂਦਾ ਗਾ, ਹੋਸ਼ੇਪਣ ਦੇ ਵਿੱਚ ਉਤਰ ਆਉਂਦਾ ਗਾ। ਇਹ ਕਿਸੇ ਦੇ ਬੱਚੇ ਦੇ ਜੀਵਨ 'ਚ ਵੀ ਆ ਸਕਦੀ ਹੈ ਬਿਮਾਰੀ, ਕਿਸੇ ਸਿਆਣੇ ਦੇ ਜੀਵਨ 'ਚ ਵੀ ਆ ਸਕਦੀ ਹੈ ਬਿਮਾਰੀ, ਕਿਸੇ ਦੇ ਵੀ ਜੀਵਨ ਦੇ ਵਿੱਚ ਇਹ ਬਿਮਾਰੀ ਆ ਸਕਦੀ ਹੈ ਵੀ ਜਿਹਨੂੰ ਐ ਹੋ ਗਿਆ ਮੇਰੇ ਵਰਗਾ ਕੋਈ ਨਹੀਂ। ਤੇ ਗੁਰੂ ਨਾਨਕ ਸਾਹਿਬ ਨੂੰ ਇਹ ਬਿਮਾਰੀ ਹੈ ਹੀ ਨਹੀਂ ਸੀ। ਤਾਈਓ ਬਾਬੇ ਨੇ ਘਰ ਘਰ ਜਾ ਕੇ ਨਾ ਸੱਚ ਦਾ ਹੋਕਾ ਦਿੱਤਾ। ਤਾਈਓ ਭਾਈ ਗੁਰਦਾਸ ਨੇ ਲਿਖਿਆ ਘਰ ਘਰ ਬਾਬਾ ਗਾਵੀਐ। ਬਾਬੇ ਨਾਨਕ ਦਾ ਜਸ ਘਰ ਘਰ ਦੇ ਵਿੱਚ ਤਾਂ ਹੋਇਆ ਵੀ ਬਾਬੇ ਨਾਨਕ ਨੇ ਆਪਣੇ ਆਪ ਨੂੰ ਹੋਸ਼ੇਪਣ ਵਿੱਚ ਲੈ ਕੇ ਨਹੀਂ ਆਂਦਾ ਕਦੇ, ਤੇ ਉਹਨਾਂ ਦੇ ਅੰਦਰ ਇਹ ਪੱਖ ਹੀ ਨਹੀਂ ਬਣਿਆ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਨਾ ਤਾਂ ਇਤਿਹਾਸ ਵਿੱਚੋਂ ਤੇ ਨਾ ਗੁਰਬਾਣੀ ਵਿੱਚੋਂ ਸਾਨੂੰ ਇਦਾਂ ਲਫ਼ਜ਼ ਨਹੀਂ ਮਿਲਦਾ ਵੀ ਜਿੱਥੇ ਲਿਖਿਆ ਹੋਵੇ, ਗੁਰੂ ਨਾਨਕ ਸਾਹਿਬ ਨੇ ਖੁਦ ਆਪਣੀ ਬਾਣੀ 'ਚ ਆਪ ਲਿਖ ਕੇ ਦਿੱਤਾ ਹੋਵੇ ਵੀ ਮੇਰੇ ਵਰਗਾ ਕੋਈ ਨਹੀਂ। ਅਸੀਂ ਕਹਿੰਦੇ ਆ, ਪੰਜਵੇਂ ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਸਤਿਗੁਰੂ ਨਾਨਕ, ਭਾਈ ਗੁਰਦਾਸ ਨੇ ਕਿਹਾ ਮਿੱਟੀ ਧੁੰਦ ਜਗ ਚਾਨਣੋਂ ਵਾ, ਤੇਰੇ ਆਉਣ ਕਰਕੇ ਤਾਂ ਲੋਕਾਂ ਦੇ ਦਿਲ ਦਿਮਾਗ 'ਚੋਂ ਮਨ ਦੀ ਧੁੰਦ ਹੀ ਨਿਕਲ ਗਈ। ਪਰ ਗੁਰੂ ਸਾਹਿਬ ਨੇ ਖੁਦ ਨਹੀਂ ਕਿਹਾ, ਪਰ ਕਹਿਣਾ ਬਣਦਾ ਕਿਉਂਕਿ ਉਹਨਾਂ ਦੇ ਵਿੱਚ ਗੁਣ ਸੀਗਾ। ਜਿੱਥੇ ਗੁਣ ਆ ਉੱਥੇ ਉਪਮਾ ਹੋ ਜੇ ਤਾਂ ਕੋਈ ਮਾੜੀ ਗੱਲ ਨਹੀਂ, ਜਿੱਥੇ ਗੁਣ ਨਹੀਂ ਬਿਨਾਂ ਵਜ੍ਹਾ ਤੋਂ ਉਪਮਾ ਕਰਨੀ, ਵਡਿਆਈ ਕਰਨੀ, ਉਹ ਮਾੜੀ ਆ। ਜਿੱਥੇ ਆਪਾਂ ਮੰਨਦੇ ਆ ਨਾ ਵੀ ਨਿੰਦਾ ਚੁਗਲੀ ਮਾੜੀ ਆ, ਭਾਈ ਇਹਦਾ ਆਮ ਪ੍ਰਚਲਿਤ ਗੱਲ ਹੀ ਆ। ਬਾਬੇ ਨਾਨਕ ਨੇ ਫੋਕੀ ਵਡਿਆਈ ਨੂੰ ਵੀ ਮਾੜਾ ਕਿਹਾ। ਆਪਾਂ ਗੁਰਬਾਣੀ ਵਿੱਚੋਂ ਪੜ੍ਹ ਲਈਏ, ਪਾਤਸ਼ਾਹ ਨੇ ਹਵਾਲਾ ਕੀ ਦਿੱਤਾ, ਉਸਤਤ ਨਿੰਦਾ ਦੋ ਤਿਆਗ ਹੈ। ਇਹ ਦੋਨੀ ਤਿਆਗ ਦੇ ਭਾਈ, ਦੋਨੀ ਮਾੜੀਆਂ। ਕਿਸੇ ਦੀ ਫੋਕੀ ਵਡਿਆਈ ਕਰਨੀ ਵੀ ਮਾੜੀ ਆ। ਹਾਂ, ਜੇ ਕਿਸੇ 'ਚ ਗੁਣ ਹੈਗਾ ਤਾਂ ਸ਼ਾਬਾਸ਼ੇ ਦੇ ਉਹਦੀ ਉਪਮਾ ਕਰ, ਕੋਈ ਮਾੜੀ ਨਹੀਂ। ਪਰ ਜੇ ਗੁਣ ਹੈ ਹੀ ਨਹੀਂ, ਤੂੰ ਬਿਨਾਂ ਵਜ੍ਹਾ ਤੋਂ ਉਪਮਾ ਕਰਦਾ, ਉਹ ਮਾੜੀ ਆ, ਛੱਡ ਦੇ। ਉਸਤਤ, ਫੇਰ ਗੱਲ ਕੀਤੀ ਹੈ ਨਿੰਦਾ। ਫੇਰ ਬਾਬੇ ਨਾਨਕ ਨੇ ਦੋ ਉਂਗਲਾਂ ਖੜੀਆਂ ਕਰ ਲਈਆਂ, ਦੋ ਤਿਆਗ ਹੈ, ਦੋਨਾਂ ਨੂੰ ਛੱਡ ਦੇ। ਪਰ ਵਾਹਿਗੁਰੂ ਭਲਾ ਕਰੇ, ਇਹ ਜੋਗੀਆਂ ਦੇ ਵਿੱਚ ਔਗਣ ਸੀਗਾ। ਜਦੋਂ ਗੁਰੂ ਨਾਨਕ ਸਾਹਿਬ ਪਹੁੰਚ ਗਏ ਨਾ, ਤੇ ਜੋਗੀਆਂ ਦੇ ਨਾਲ ਚਰਚਾ ਸ਼ੁਰੂ ਹੋਣੀ ਆ, ਤੇ ਜੋਗੀਆਂ ਨੇ ਸਭ ਤੋਂ ਪਹਿਲਾਂ ਦਾ ਖੇਡਿਆ, ਜਾਣੀ ਕਿ ਪੱਤਾ ਮਾਰਿਆ। ਕਿਹੜਾ? ਗੁਰੂ ਨਾਨਕ ਸਾਹਿਬ ਨੂੰ ਫੂਕ ਛਕਾਉਣ ਦਾ, ਜਾਣੀ ਕਿ ਆਪਾਂ ਕਹਿ ਦਈਏ ਪੰਪ ਮਾਰੇ। ਕਿਹੜੇ? ਦੇਖੋ ਜੀ, ਅਸੀਂ ਤਾਂ ਬੜੀ ਤੁਹਾਡੀ ਵਡਿਆਈ ਕਰਦੇ ਹਾਂ, ਅਸੀਂ ਆਪਣੇ ਵੱਲੋਂ, ਤੁਸੀਂ ਤਾਂ ਬੜੇ ਤਕੜੇ ਹੋ, ਅਸੀਂ ਸੁਣਿਆ ਤੁਸੀਂ ਤਾਂ ਫਲਾਣੇ ਨੂੰ ਬਦਲਤਾ, ਹਰਿਦੁਆਰ ਵੀ ਜਾਏ ਤੁਸੀਂ ਤਾਂ ਉੱਥੇ ਨੇਕਾਂ ਲੋਕਾਂ ਨੂੰ ਬਦਲਤਾ, ਤੁਸੀਂ ਤਾਂ ਮਲਕ ਭਾਗੋ ਨੂੰ ਬਦਲ ਲਿਆਂਦਾ, ਤੁਸੀਂ ਤਾਂ ਬੜਾ ਹੀ ਕੁਛ ਕੀਤਾ। ਤੁਸੀਂ ਤਾਂ ਨਿੱਕੀ ਉਮਰ ਦੇ ਵਿੱਚ ਕਿੰਨੇ ਲੋੜਵੰਦ ਸਾਧੂਆਂ ਨੂੰ ਭੋਜਨ ਵੀ ਛਕਾਇਆ, ਤੇ ਉੱਥੇ ਵੀ ਤੁਹਾਡੀ ਬੜੀ ਵਡਿਆਈ ਸੋਭਾ ਸੁਣੀ ਆ, ਤੇ ਤੁਸੀਂ ਤਾਂ ਵੰਡ ਕੇ ਛਕਣ ਦੇ ਬੜੇ ਪੱਕੇ ਧਾਰਨੀ ਹੋ। ਪਰ ਗੁਰੂ ਨਾਨਕ ਸਾਹਿਬ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੇ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਜੋ ਤੁਸੀਂ ਕਹਿ ਰਹੇ ਹੋ ਧੰਤਾ ਦੇ ਯੋਗੋਂ, ਸ਼ਾਬਾਸ਼ੇ, ਪਰ ਮੈਂ ਜਿਸ ਮਕਸਦ ਦੇ ਲਈ ਆਇਆ ਨਾ, ਮੇਰਾ ਉਹ ਜਿਹੜਾ ਅੰਦਰ ਦਾ ਫੁਰਨਾ, ਉਹਨੂੰ ਸੁਣੋ, ਤੁਸੀਂ ਮੇਰੀ ਬੇਨਤੀ ਸੁਣੋ। ਤੇ ਹੁਣ ਇਹ ਜੋਗੀ ਕਹਿੰਦੇ ਵੀ ਤੂੰ ਸਾਨੂੰ ਬੇਨਤੀ ਕੀ ਸੁਣਾਏਗਾ, ਤੇ ਤੂੰ ਆਪਣਾ ਕਿਹੜਾ ਮਿਸ਼ਨ ਲੈ ਕੇ ਆਇਆ? ਪਾਤਸ਼ਾਹ ਕਹਿੰਦੇ ਮੇਰਾ ਮਿਸ਼ਨ ਇਹੀ ਆ ਵੀ ਮੈਂ ਭੁੱਲੇ ਭਟਕਿਆਂ ਨੂੰ ਸਿੱਧੇ ਰਾਹੇ ਪਾਉਣਾ। ਦੇਖੋ, ਤੁਸੀਂ ਸ਼ਰਾਬ ਪੀਂਦੇ ਹੋ ਨਾ, ਤੁਹਾਡੇ ਲਈ ਮਾੜੀ ਗੱਲ ਆ। ਤੇ ਮੰਨਿਆ ਜਾਂਦਾ ਵੀ ਕਵੀ ਸੰਤੋਖ ਸਿੰਘ ਨੇ ਲਿਖਿਆ, ਕਹਿੰਦੇ ਬਾਬੇ ਨਾਨਕ ਨੂੰ ਵੀ ਨਾ ਇੱਥੇ ਦੋ ਵੱਡੇ ਜੋਗੀ ਨੇ, ਗੋਰਖ ਮੱਤੇ ਦੀ ਧਰਤੀ ਤੇ, ਤੁਸੀਂ ਬੜੇ ਵਾਰੀ ਸ਼ਾਇਦ ਗਏ ਵੀ ਹੋਵੋਗੇ ਉੱਥੇ। ਇੱਕ ਤਾਂ ਭੰਗਰਨਾਥ, ਇੱਕ ਝੰਗਰਨਾਥ। ਇਹਨਾਂ ਨੇ ਬਾਬੇ ਨਾਨਕ ਨੂੰ ਸ਼ਰਾਬ ਦਾ ਪਿਆਲਾ ਵੀ ਭੇਟ ਕੀਤਾ ਸੀ। ਲੈ ਕਹਿੰਦੇ ਪੀ ਕੇ ਦੇਖ, ਕਹਿੰਦੇ ਨਜ਼ਾਰਾ ਬਾਝੋ, ਅਸੀਂ ਤਾਂ ਇਸੇ ਕੰਮ 'ਚ ਹੀ ਆ, ਇਸੇ ਕੰਮ 'ਚ ਹੀ ਨਾ। ਬੜੇ ਡੇਰੇਦਾਰ, ਬੜੇ ਜੋਗੀ ਨੇ ਜਿਹੜੇ ਅੱਜ ਵੀ ਸ਼ਰਾਬ ਦਾ ਸੇਵਨ ਕਰਦੇ ਆ। ਪਰ ਇੱਥੋਂ ਸਾਨੂੰ ਇੱਕ ਗੱਲ ਸਿੱਖ ਲੈਣੀ ਚਾਹੀਦੀ ਆ, ਜਿਹੜਾ ਬਾਬਾ ਨਸ਼ੇ ਕਰਦਾ ਉਹ ਦੁਨੀਆ ਦਾ ਸੁਧਾਰ ਕਿਵੇਂ ਕਰ ਦੂ? ਸਾਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਆ।
ਬਾਬੇ ਨਾਨਕ ਨੇ ਇਸ ਗੱਲ ਤੇ ਟਿੱਪਣੀ ਕੀਤੀ, ਜਿਤ ਮਦ ਪੀਤੈ ਨਾਨਕਾ, ਬਹੁਤੇ ਖੱਟੀਐ ਬਕਾਰ। ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ, ਜਿਹੜੀ ਸ਼ਰਾਬ ਤੁਸੀਂ ਖੁਦ ਪੀ ਰਹੇ ਹੋ ਨਾ, ਤੇ ਤੁਸੀਂ ਕਹਿੰਦੇ ਹੋ ਇਹ ਸ਼ਰਾਬ ਪੀਣ ਦੇ ਨਾਲ, ਨਸ਼ਾ ਕਰਨ ਦੇ ਨਾਲ ਸੁਰਤ ਰੱਬ ਨਾਲ ਜੁੜ ਜਾਂਦੀ ਆ, ਪਰ ਨਹੀਂ, ਸੁਰਤ ਨਹੀਂ ਰੱਬ ਨਾਲ ਜੁੜੂਗੀ, ਤੁਹਾਡੀ ਜ਼ਿੰਦਗੀ ਦੇ ਵਿੱਚ ਵਕਾਰ ਪੈਦਾ ਹੋਣਗੇ। ਬਹੁਤੇ ਖੱਟੀ ਹੈ ਵਕਾਰ। ਜਿਤ ਮਦ ਪੀਤਾ ਨਾਨਕਾ, ਮਦ ਨਸ਼ਾ ਸ਼ਰਾਬ, ਇਹਨੂੰ ਪੀਣ ਦੇ ਨਾਲ ਤੁਸੀਂ ਸਿਆਣੇ ਨਹੀਂ, ਤੁਸੀਂ ਕਮਲੇ ਬਣੋਗੇ। ਜਦੋਂ ਕਿਸੇ ਦੀ ਆਦਤ ਪੱਕ ਚੁੱਕੀ ਤੇ ਬੰਦਾ, ਸਿਆਣਾ ਬੰਦਾ ਟਿੱਪਣੀ ਕਰੇ ਤੇ ਦੁੱਖ ਤਾਂ ਹੁੰਦਾ ਹੀ ਹੈ ਨਾ। ਉਹਨਾਂ ਨੂੰ ਇਸ ਗੱਲ ਦਾ ਦੁੱਖ ਲੱਗਿਆ। ਤੇ ਜਿਹੜੀ ਗੱਲ ਪਿੱਛੇ ਆਪਾਂ ਨੂੰ ਪਤਾ ਚੂੜਕਾਣੇ ਦੀ ਮੰਡੀ ਵਿੱਚ ਕਹੀ ਸੀ ਭੁੱਖੇ ਸਾਧੂਆਂ ਨੂੰ, ਵੀ ਤੁਸੀਂ ਨਿਆਣਿਆਂ ਵਾਲੇ ਕੰਮ ਕਰੀ ਜਾਂਦੇ ਹੋ, ਬਾਬੇ ਨਾਨਕ ਨੂੰ ਗੱਲ ਫੇਰ ਕੀਤੀ। ਹੁਣ ਇਹਨਾਂ ਨੂੰ ਬਾਬੇ ਨਾਨਕ ਦੀਆਂ ਕੁਝ ਗੱਲਾਂ ਸੁਣ ਕੇ ਲੱਗਿਆ ਦੁੱਖ, ਤੇ ਬਾਬੇ ਨਾਨਕ ਨੂੰ ਪਤਾ ਕੀ ਕਹਿੰਦੇ, ਜਿਹਨੂੰ ਗੱਲਾਂ ਨਾ ਚੰਗੀਆਂ ਲੱਗਣ, ਕਹਿੰਦੇ ਪਹਿਲਾਂ ਸਾਡੀ ਗੱਲ ਦਾ ਜਵਾਬ ਦੇ, ਫਿਰ ਅਸੀਂ ਤੇਰੀ ਗੱਲ ਸੁਣਾਂਗੇ। ਬਾਬਾ ਨਾਨਕ ਕਹਿੰਦਾ, ਮੈਂ ਤਾਂ ਜਵਾਬ ਦੇਣ ਆਇਆ, ਤੁਸੀਂ ਸਵਾਲ ਤਾਂ ਕਰੋ। ਤੁਸੀਂ ਮੈਨੂੰ ਸਵਾਲ ਕੀਤੇ ਹੀ ਕੋਈ ਨਹੀਂ ਹੁਣ ਤੱਕ, ਫਿਰ ਮੈਂ ਆਪਣੀ ਗੱਲ ਚਲਾ ਲਈ। ਮੈਂ ਤਾਂ ਆਪਣੀ ਗੱਲ ਚਲਾਉਣੀ ਆ। ਤੇ ਪਾਤਸ਼ਾਹ ਕਹਿੰਦੇ, ਤੁਸੀਂ ਦੱਸੋ ਕੀ ਚਾਹੁੰਦੇ ਹੋ। ਤੇ ਜੋਗੀ ਨਾ ਭੰਗਰਨਾਥ ਤੇ ਝੰਗਰਨਾਥ ਕਹਿੰਦੇ, ਅਸੀਂ ਤੁਹਾਨੂੰ ਸੁਣਿਆ ਵੀ ਤੁਸੀਂ ਵੰਡ ਕੇ ਛਕਣ ਦੀ ਗੱਲ ਵੀ ਕਰਦੇ ਹੋ ਤੇ ਵੰਡ ਕੇ ਛਕਦੇ ਵੀ ਹੋ। ਤੇ ਗੁਰੂ ਨਾਨਕ ਸਾਹਿਬ ਨੇ ਬੜੀ ਭਰਮੀ ਆਵਾਜ਼ ਦੇ ਵਿੱਚ ਗੱਲ ਕਹੀ ਵੀ ਹਾਂ, ਮੇਰਾ ਮਿਸ਼ਨ ਆ, ਰੱਬ ਦੇ ਪਿਆਰਿਆਂ ਦਾ ਮਿਸ਼ਨ ਆ ਵੰਡ ਕੇ ਛਕਣਾ। ਜਾਣੀ ਕਿ ਇਹ ਗੁਣ ਹਰ ਇੱਕ ਵਿਅਕਤੀ ਦੇ ਵਿੱਚ ਹੋਣਾ ਚਾਹੀਦਾ, ਵੰਡ ਕੇ ਛਕਣਾ। ਤੇ ਪਾਤਸ਼ਾਹ ਨੂੰ ਕਹਿੰਦੇ, ਜੇ ਤੁਸੀਂ ਵੰਡ ਕੇ ਛਕਣ ਦੇ ਆਦੀ ਹੋ ਤਾਂ ਫਿਰ ਸਾਡੀ ਇੱਕ ਗੱਲ ਦਾ ਜਵਾਬ ਦਿਓ। ਆ ਸਾਡੇ ਵੱਲੋਂ ਨਾ ਇਹਨਾਂ ਨੇ ਚਲਾਕੀ ਖੇਡੀ, ਇੱਥੇ ਹੋਸ਼ਾਪਣ ਇਹਨਾਂ ਨੇ ਅਪਣਾਇਆ ਆਪਣਾ। ਕਹਿੰਦੇ ਸਾਡੇ ਵੱਲੋਂ ਨਾ ਇੱਕ ਤਿਲ ਲੈ ਲਓ। ਦੇਖੋ ਤਿਲ ਕਿੰਨਾ ਕੁ ਹੁੰਦਾ ਗਾ। ਇਸ ਤਿਲ ਨੂੰ ਜਿੰਨੇ ਇੱਥੇ ਆਪਣੇ ਆਸੇ ਪਾਸੇ ਬੈਠੇ ਨੇ, ਆਪਾਂ ਹੋ ਗਏ ਸਾਰੇ ਜੋਗੀ, ਤੁਸੀਂ ਹੋ ਗਏ, ਤੇ ਸਾਰਿਆਂ ਦੇ ਵਿੱਚ ਵੰਡ ਕੇ ਛਕ ਕੇ ਦਿਖਾਓ। ਤੁਸੀਂ ਕਹਿੰਦੇ ਹੋ ਵੰਡ ਕੇ ਛਕਣਾ ਚਾਹੀਦਾ ਗਾ, ਵੰਡੋ, ਕਿਵੇਂ ਵੰਡੋਗੇ ਇਹਨੂੰ। ਤੇ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਨਾ, ਇਹ ਤਾਂ ਕੋਈ ਭੰਗਰਨਾਥ ਬਹੁਤੀ ਵੱਡੀ ਗੱਲ ਨਹੀਂ, ਲਿਓ, ਇਹ ਤਾਂ ਆਪਾਂ ਹੁਣ ਕੰਮ ਕਰ ਦਿੰਨੇ ਆ, ਪਰ ਸਾਡੇ ਥੋੜਾ ਜਿਹਾ ਨਾਲ ਜੁੜੋ, ਸਾਡੀ ਹੈਲਪ ਕਰਾਓ। ਉਹ ਹੈਲਪ ਕਿਵੇਂ ਕਰਨੀ ਆ? ਪਾਤਸ਼ਾਹ ਕਹਿੰਦੇ, ਇੱਕ ਤਾਂ ਸਾਨੂੰ ਨਾ ਛੋਟਾ ਜਿਹਾ ਕੋਈ ਵੱਟਾ ਲਿਆ ਦਿਓ, 2 ਵੱਟੇ ਲਿਆ ਦਿਓ, ਪਾਣੀ ਲਿਆ ਦਿਓ, ਥੋੜਾ ਜਿਹਾ ਦੁੱਧ ਲਿਆਓ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਵਸਤੂਆਂ ਮੰਗਾ ਲਈਆਂ, ਤੇ ਵੱਟਿਆਂ ਤੇ ਪੱਥਰ ਤੇ ਤਿਲ ਨੂੰ ਰੱਖ ਕੇ ਰਗੜ ਕੇ ਤੇ ਦੁੱਧ ਪਾਣੀ ਵਿੱਚ ਮਿਲਾ ਕੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਪਰਮਾਤਮਾ ਅੱਗੇ ਬੇਨਤੀ ਕਰਕੇ, ਜਾਣੀ ਕਿ ਪ੍ਰਵਾਨਗੀ ਦੀ, ਜਿਵੇਂ ਆਪਣੇ ਦਰ ਕੜਾਹ ਪ੍ਰਸ਼ਾਦ ਪ੍ਰਵਾਨ ਹੁੰਦਾ, ਬੇਨਤੀ ਕਰਕੇ ਰੱਬ ਅੱਗੇ, ਅਕਾਲ ਪੁਰਖ ਵਾਹਿਗੁਰੂ ਅੱਗੇ ਨਾ, ਤੇ ਫਿਰ ਕੀ ਕਿਹਾ, ਜੇ ਪ੍ਰਸ਼ਾਦ ਛਤੀ ਅੰਮ੍ਰਿਤ ਖਾਏ, ਆਪਾਂ ਸਾਰੇ ਪੜ੍ਹਦੇ, ਤੇ ਠਾਕੁਰ ਕੋ ਰਖ ਮਨ ਮਾਹੀ। ਤੇ ਪਾਤਸ਼ਾਹ ਨੇ ਸਾਰਿਆਂ ਨੂੰ ਕਹਿ ਦਿੱਤਾ ਵੀ ਵੰਡ ਕੇ ਛਕੋ ਤੇ ਛਕਾਓ। ਤੇ ਚੇਤਾ ਰੱਖਿਓ, ਉਸ ਟਾਈਮ ਤੇ ਭੰਗਰਨਾਥ ਤੇ ਝੰਗਰਨਾਥ ਤਾਂ ਭਾਵੇਂ ਨਾ ਬੋਲਣ ਤੇ ਨਾ ਹੀ ਕਿਸੇ ਨੂੰ ਘੂਰ ਸਕਣ, ਮੌਕੇ ਤੇ ਗੱਲ ਨਹੀਂ ਨਾ ਹੋ ਸਕਦੀ ਕੋਈ। ਤੇ ਜਦੋਂ ਸਾਰਿਆਂ ਨੇ 2-2 ਘੁੱਟਾਂ ਪੀਤੀਆਂ ਤੇ ਸਾਰੇ ਖੁਸ਼ ਹੋ ਗਏ, ਕਹਿੰਦੇ ਵਾਕਈ ਤਿਲ ਦਾ ਸਵਾਦ ਆ ਰਿਹਾ ਹੈ ਪਾਣੀ ਚੋਂ, ਇਸ ਦੁੱਧ ਪਾਣੀ ਚੋਂ ਨਾ, ਵਾਕਈ ਸੱਚਮੁੱਚ ਤਿਲ ਦਾ ਸਵਾਦ ਆ ਰਿਹਾ ਗਾ। ਤੇ ਗੁਰੂ ਨਾਨਕ ਸਾਹਿਬ ਨੇ ਨਾ ਤਿਲ ਨੂੰ ਆਹ ਤਰੀਕੇ ਦੇ ਨਾਲ ਵੰਡ ਕੇ ਛਕਿਆ ਵੀ ਤੇ ਛਕਾਇਆ ਵੀ। ਜਾਣੀ ਕਿ ਇਹਨਾਂ ਦੀ ਇਹ ਸ਼ਰਾਰਤ ਪਾਸ ਨਹੀਂ ਹੋਈ, ਫੇਲ ਹੋ ਗਏ। ਚਲੋ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ, ਫਿਰ ਤੂੰ ਆਪਦੀ ਗੱਲ ਕਰੀ। ਹੁਣ ਤਿਲ ਜਦੋਂ ਵੰਡ ਕੇ ਛਕ ਲੈਣਾ, ਆਮ ਜਨਤਾ ਜਿਹੜੀ ਉੱਥੇ ਆਈ ਵੀ ਆ, ਆਮ ਲੋਕ, ਉਹਨਾਂ ਦਾ ਵੀ ਪਿਆਰ ਗੁਰੂ ਨਾਨਕ ਸਾਹਿਬ ਨਾਲ ਵੱਧ ਗਿਆ। ਜਾਣੀ ਕਿ ਗੁਰੂ ਨਾਨਕ ਸਾਹਿਬ ਚੰਗੇ ਲੱਗਣ ਲੱਗੇ ਲੋਕਾਂ ਨੂੰ, ਬੰਦਾ ਹੀ ਬੜਾ ਵਧੀਆ, ਤਿਲ ਵੀ ਵੰਡ ਕੇ ਛਕਾਤਾ ਨੇ ਤਾਂ। ਤੇ ਹੁਣ ਜਦੋਂ ਆਮ ਲੋਕਾਂ ਦਾ ਝੁਕਾਅ ਹੋ ਗਿਆ,
ਬਹੁਤੇ ਜੋਗੀ ਵੀ ਬਾਬੇ ਨਾਨਕ ਦੇ ਹੱਕ 'ਚ ਹੋ ਗਏ ਵੀ ਤਾਂ ਬੰਦਾ ਹੀ ਬੜਾ ਵਧੀਆ ਹੈਗਾ। ਹੁਣ ਇਹ ਭੰਗਰਨਾਥ ਝੰਗਰਨਾਥ ਵਰਗੇ ਅੰਦਰੋਂ ਮੱਚ ਗਏ, ਖਤਮ ਹੋ ਗਏ, ਜਾਣੀ ਕਿ ਅੰਦਰ ਜੈਲਸੀ ਹੋਣ ਲੱਗ ਗਈ, ਈਰਖਾ। ਤੇ ਫਿਰ ਕਹਿੰਦੇ ਨਾ ਚੱਲ ਠੀਕ ਆ, ਤੇਰੀ ਗੱਲ ਅਸੀਂ ਮੰਨ ਲੈਨੇ, ਵੰਡ ਕੇ ਛਕ ਲਿਆ, ਸ਼ਿਕਾਇਤ ਆ, ਜੋ ਗੱਲਾਂ ਤੂੰ ਕਹਿ ਰਿਹਾਗਾ ਠੀਕ ਆ, ਅਸੀਂ ਸਹਿਮਤ ਆ, ਪਰ ਇੱਕ ਗੱਲ ਹੋਰ ਅਸੀਂ ਤੈਨੂੰ ਪੁੱਛਣੀ ਚਾਹੁੰਦੇ ਆ, ਪੁੱਛਣੀ ਚਾਹੁੰਦੇ ਆ ਨਾ ਵੀ ਇਹ ਧਰਤੀ ਆ ਗੋਰਖ ਦੀ, ਗੋਰਖ ਦਾ ਮਤ ਹੋਣ ਕਰਕੇ ਸਾਰੇ ਲੋਕ ਗੋਰਖ ਨੂੰ ਯਾਦ ਕਰਦੇ ਨੇ, ਗੋਰਖ ਗੋਰਖ ਕਹਿੰਦੇ ਨੇ, ਤੇ ਧਰਤੀ ਦਾ ਨਾਮ ਵੀ ਗੋਰਖ ਮੱਤਾ। ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਤੈਨੂੰ ਵੀ ਕੀ ਇਹ ਗੋਰਖ ਮੱਤੇ ਦੀ ਧਰਤੀ ਤੇ ਕੋਈ ਹੋਰ ਆਪਣਾ ਧੱਕੇ ਦੇ ਨਾਲ ਪ੍ਰਚਾਰ ਕਰ ਸਕਦਾ? ਤੇ ਬਾਬਾ ਨਾਨਕ ਕਹਿੰਦਾ ਵੀ ਦੇਖੋ, ਮੈਂ ਤਾਂ ਧੱਕਾ ਕਰਨ ਆਇਆ ਹੀ ਨਹੀਂ, ਮੈਂ ਤਾਂ ਇਹ ਮਿਸ਼ਨ ਲੈ ਕੇ ਨਹੀਂ ਨਾ ਆਇਆ ਵੀ ਇੱਥੇ ਮੈਂ ਆਪਣਾ ਪ੍ਰਚਾਰ ਕਰਾਂ ਜਾਂ ਮੈਂ ਆਪਣੀ ਗੱਲ ਮਨਾਵਾਂ। ਮੈਂ ਤਾਂ ਗੱਲ ਸੱਚੀ ਕਰਨੀ ਆ, ਕਿਸੇ ਨੂੰ ਵਧੀਆ ਲੱਗੀ ਮੰਨ ਲਿਓ, ਨਾ ਵਧੀਆ ਲੱਗੂ ਤਾਂ ਜਵਾਬ ਦੇ ਦਿਓ, ਗੱਲ ਖਤਮ ਆ। ਮੈਂ ਤਾਂ ਧਰਤੀ ਦੇ ਚੱਕਰ 'ਚ ਹੀ ਨਹੀਂ ਪਿਆ ਵੀ ਜਾਂ ਮੇਰੀ ਧਰਤੀ ਆ ਜਾਂ ਗੋਰਖ ਦੀ ਧਰਤੀ ਆ। ਇਹ ਤਾਂ ਤੁਹਾਡੀ ਭਾਵਨਾ ਵੀ ਸਾਡੀ ਧਰਤੀ ਆ, ਇੱਥੇ ਸਾਡਾ ਨਾਂ ਚੱਲਦਾ ਤੇ ਸਾਡਾ ਹੀ ਨਾਂ ਚੱਲਣਾ ਚਾਹੀਦਾ। ਤੇ ਕਈ ਵਾਰ ਬੰਦੇ ਨੂੰ ਇਹਨਾਂ ਗੱਲਾਂ ਦੇ ਵਿੱਚ ਵੀ ਬਹੁਤ ਵੱਡਾ ਭਰਮ ਆ ਵੀ ਹਰ ਵਕਤ ਇੱਕ ਹੀ ਨਾ ਚੱਲੇ, ਮੇਰੇ ਹੀ ਨਾ ਚੱਲੇ, ਜਾਣੀ ਕਿ ਜਾਂ ਮੇਰੇ ਕੋਈ ਚੱਲੇ ਆ ਪੱਖ। ਹੁਣ ਉਹਨਾਂ ਨੇ ਉਹ ਗੱਲ ਸਾਬਤ ਕਰਤੀ, ਇੱਥੇ ਭਾਵੇਂ 2 ਦਿਨ ਰਹਿ, ਭਾਵੇਂ 4 ਦਿਨ ਰਹਿ, ਜਿੰਨਾ ਟਾਈਮ ਮਰਜ਼ੀ ਰਹਿ, ਪਰ ਚੱਲੂ ਇੱਥੇ ਗੋਰਖ ਦੀ ਧਰਤੀ ਹੋਣ ਕਰਕੇ ਗੋਰਖ ਦੋਈ। ਬਾਬਾ ਨਾਨਕ ਕਹਿੰਦਾ ਮੈਂ ਚੱਲਣ ਚਲਾਉਣ ਵਾਲੀ ਗੱਲ 'ਚ ਤਾਂ ਨਹੀਂ ਪੈਣਾ, ਨਾ ਮੈਂ ਆਪਣੀ ਧਰਤੀ ਦੇ ਚੱਕਰ 'ਚ ਪੈਣਾ, ਮੈਂ ਤਾਂ ਸਿਰਫ ਤੇ ਸਿਰਫ ਸੱਚ ਦੀ ਗੱਲ ਕਰਨ ਆਇਆਗਾ। ਇੱਥੇ ਇਹਨਾਂ ਨੇ ਇੱਕ ਆਪਣੇ ਵੱਲੋਂ ਫਿਰ ਚਲਾਕੀ ਖੇਡੀ। ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਚਲੋ ਅਸੀਂ ਨਾ ਇੱਕ ਆਪਣੇ ਵੱਲੋਂ ਥੋੜਾ ਜਿਹਾ ਉਪਰਾਲਾ ਕੀਤਾ, ਆਪਾਂ ਧਰਤੀ ਨੂੰ ਹੀ ਪੁੱਛ ਲੈਨੇ ਆ, ਲੋਕਾਂ ਨੂੰ ਨਹੀਂ ਪੁੱਛਣਾ ਵੀ ਇਹ ਧਰਤੀ ਜਿਹਦੇ ਹੱਕ 'ਚ ਹੋਈ, ਜਾਣੀ ਕਿ ਗੁਰੂ ਨਾਨਕ ਸਾਹਿਬ ਦੀ ਆਵਾਜ਼ ਨੂੰ ਬੰਦ ਕਰਾਉਣਾ ਚਾਹੁੰਦੇ ਆ, ਜਿਹਦੇ ਹੱਕ 'ਚ ਹੋਈ ਉਹ ਇੱਥੇ ਬੋਲ ਪੂਗਾ ਤੇ ਦੂਜਾ ਇੱਥੋਂ ਵਗ ਜੂਗਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ, ਸਤ ਵਚਨ ਵੀ ਜਿਵੇਂ ਤੁਹਾਨੂੰ ਚੰਗਾ ਲੱਗਦਾ। ਤੇ ਇਹਨਾਂ ਨੇ ਇੱਕ ਚਲਾਕੀ ਕੀ ਖੇਡੀ ਸੀ, ਇਹ ਦਰਬਾਰ ਸਾਹਿਬ ਦੇ ਵਿੱਚ ਟੋਆ ਬਣਿਆ ਹੋਇਆ ਨਾਨਕ ਮੱਤੇ, ਬਾਅਦ ਚ ਨਾਨਕ ਮੱਤਾ ਪਿਆਗਾ, ਪਹਿਲਾਂ ਗੋਰਖ ਮੱਤਾ। ਤੇ ਉਸ ਟੋਏ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਇਹਨਾਂ ਨੇ ਨਾ ਆਪਣੇ ਵੱਲੋਂ ਛੋਟਾ ਜੋਗੀ ਜਾਣੀ ਕਿ ਬੱਚਾ, ਬੱਚੇ ਦੇ ਰੂਪ ਚ ਟੋਏ ਦੇ ਵਿੱਚ ਟੋਆ ਪੱਟ ਕੇ ਬਹਾਤਾ, ਉੱਥੇ ਕੱਕਾ ਖਾਨਿਆਂ ਦੀ ਛੱਤ ਪਾਤੀ ਆਰਜੀ ਤੌਰ ਤੇ ਉਹਨੂੰ ਸਮਝਾਤਾ ਵੀ ਅਸੀਂ ਤੈਨੂੰ ਪੁੱਛਾਂਗੇ ਧਰਤੀ ਤੂੰ ਕਿਹਦੀ ਆ, ਤੇ ਤੂੰ ਆਵਾਜ਼ ਦੇਣੀ ਆ ਵੀ ਮੈਂ ਤਾਂ ਗੋਰਖ ਦੀ ਆ, ਗੋਰਖ ਮੱਤਾ, ਗੋਰਖ ਮੱਤਾ, ਗੋਰਖ ਮੱਤਾ। ਤਾਂ 3 ਵਾਰੀ ਕਹਿਣਾਗਾ। ਚਲੋ ਜਿੰਨੀ ਕਿ ਚਾਬੀ ਭਰੀ ਉਹ ਬੱਚੇ ਨੂੰ ਬੱਚਾ ਵਿੱਚ ਬਹਾਤਾ ਚਾਬੀ ਭਰ ਕੇ। ਹੁਣ ਇਕੱਠ ਬਹੁਤ ਜ਼ਿਆਦਾ ਵੀ ਅੱਜ ਧਰਤੀ ਬੋਲਣੀ ਆ ਗੋਰਖ ਮੱਤੇ ਦੀ। ਹੁਣ ਬਾਬੇ ਨਾਨਕ ਨੂੰ ਚਲਾਕੀ ਦਾ ਪਤਾ, ਪਰ ਲੋਕਾਂ ਨੂੰ ਨਹੀਂ ਚਲਾਕੀ ਦਾ ਪਤਾ। ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਆ ਵੀ ਧਰਤੀ ਬੋਲੂ, ਉੱਪਰ ਕੱਪੜੇ ਵਿਛਾਤੇ, ਆਪ ਉੱਥੇ ਨੇੜੇ ਜਿਹੇ ਹੋ ਕੇ ਬਹਿ ਗਏ ਵੀ ਕੁੱਤੇ ਵੀ ਨਾ ਚੜ੍ਹ ਜੇ। ਚਲਾਕੀ ਆ ਨਾ ਵੀ ਅਸੀਂ ਨੇੜੇ ਕਿਸੇ ਨੂੰ ਆਉਣ ਨਹੀਂ ਦੇਣਾ, ਬਾਅਦ ਵਿੱਚ ਲੋਕ ਉੱਠ ਕੇ ਬਾਗੇ ਬੱਚੇ ਨੂੰ ਬਾਹਰ ਕੱਢ ਲਾਂਗੇ। ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਾ ਵੀ ਉਸ ਟਾਈਮ ਤੇ ਜਦੋਂ ਪੁੱਛਿਆ ਵੀ ਇੰਨੇ ਲੋਕ ਖੜੇ ਨੇ, ਧਰਤੀ ਮਾਤਾ ਤੇਰੇ ਤੇ ਇੱਥੇ ਉਹ ਵਿਅਕਤੀ ਰਹਿ ਕੇ ਸੱਚ ਦੀ ਗੱਲ ਕਰੂਗਾ, ਪ੍ਰਚਾਰ ਕਰੂਗਾ, ਜਿਹਦੇ ਹੱਕ 'ਚ ਤੂੰ ਬੋਲੇਂਗੀ। ਹੁਣ ਬੱਚੇ ਨੂੰ ਸਮਝਾਇਆ ਹੋਇਆ ਸੀ ਵੀ ਤੂੰ ਬੋਲ ਪੀ। ਐ ਧਰਤੀ ਮਾਤਾ ਅਸੀਂ ਤੈਨੂੰ ਪੁੱਛਣਾ ਚਾਹੁੰਦੇ ਆ ਵੀ ਤੂੰ ਕਿਹਦੇ ਹੱਕ 'ਚ ਆ।
ਉੱਥੇ ਨਾਂ ਨਹੀਂ ਲੈਤਾ। ਕਿਹਦੇ ਹੱਕ 'ਚ ਆ? ਜਦੋਂ ਇਦਾਂ ਕਿਹਾ ਨਾ, ਉਹ ਬੱਚਾ ਜਿਹੜਾ ਵਿੱਚ ਬਹਾਇਆ ਸੀ ਜੋਗੀਆਂ ਨੇ, ਆਪਦਾ ਹੀ ਬੱਚਾ ਜਾਂ ਕੋਈ ਹੋਰ ਲਾ ਲਓ, ਕੋਈ ਵੀ ਬਹਾਤਾ, ਉਹ ਕਹਿੰਦਾ ਗੋਰਖ ਮੱਤਾ, ਗੋਰਖ ਮੱਤਾ, ਗੋਰਖ ਮੱਤਾ। ਲੋਕ ਇੱਕ ਦੂਜੇ ਦੇ ਮੂੰਹ ਕੰਨੀ ਝਾਕਣ ਵੀ ਯਾਰ ਵਾਕਈ ਸੱਚੀ ਗੱਲ ਆ, ਧਰਤੀ ਬੋਲ ਪਈ। ਇਹ ਤਾਂ ਗੋਰਖ ਦਾ ਇੰਨਾ ਪ੍ਰਭਾਵ ਆ, ਗੋਰਖ ਦੀ ਤਪੱਸਿਆ ਇੰਨੀ ਆ, ਇਹ ਤਾਂ ਧਰਤੀ ਵੀ ਬੋਲਣ ਲਾਤੀ। ਪਰ ਬਾਬੇ ਨਾਨਕ ਨੇ ਆਉਣ ਸਾਰ ਜੋਗੀਆਂ ਤੇ ਟਿੱਪਣੀ ਕੀਤੀ ਸੀ। ਜਿਹੜੀ ਹੁਣ ਟਿੱਪਣੀ ਜੋਗੀਆਂ ਤੇ ਕੀਤੀ ਆ, ਉਹ ਟਿੱਪਣੀ ਦਾ ਬਦਲਾ ਲੈਣਾ ਚਾਹੁੰਦੇ ਆ ਜੋਗੀ, ਵੀ ਸਾਡੀ ਬੇਇੱਜ਼ਤੀ ਹੋ ਗਈ ਤੇ ਹੁਣ ਅਸੀਂ ਧਰਤੀ ਨੂੰ ਬੁਲਾ ਕੇ ਹੁਣ ਅਸੀਂ ਤੇਰੀ ਬੇਇੱਜ਼ਤੀ ਕਰਕੇ ਤੋਰਾਂਗੇ ਇੱਥੋਂ। ਜੋਗੀਆਂ ਦਾ ਮਿਸ਼ਨ ਆ। ਸੱਚੀ ਗੱਲ ਆ, ਝੂਠਿਆਂ ਦਾ ਮਿਸ਼ਨ ਵੀ ਇਹ ਹੁੰਦਾ ਵੀ ਕਦੋਂ ਬੰਦਾ ਫਸੇ, ਮੈਂ ਉਹਦੀ ਬੇਇੱਜ਼ਤੀ ਕਰਵਾਵਾਂ, ਮੈਂ ਰੌਲਾ ਪਾਵਾਂ ਵੀ ਆਹ ਦੇਖੋ ਤੁਸੀਂ ਕਹਿੰਦੇ ਸੀ ਬਾਹਲਾ ਚੰਗਾ ਗਾ, ਤੁਸੀਂ ਕਹਿੰਦੇ ਸੀ ਨਾ ਬਾਹਲਾ ਚੰਗਾ, ਨਜਾਇਜ਼ ਚੰਗਾ, ਆਹ ਦੇਖੋ ਕਿਹੋ ਜਿਹੇ ਕੰਮ ਕਰਦਾ ਇਹ। ਪਰ ਵਾਹਿਗੁਰੂ ਭਲਾ ਕਰੇ, ਬਾਣੀ ਦੇ ਵਿੱਚ ਵੀ ਲਿਖਿਆ ਨਾ, ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ। ਤੇ ਸੱਚੇ ਦਾ ਰੱਬ ਹੀ ਹੁੰਦਾ, ਮਾਲਕ ਹੀ ਹੁੰਦਾ, ਹਨਾ। ਚਲੋ ਥੋੜਾ ਬਹੁਤਾ ਟਾਈਮ ਲੱਗ ਸਕਦਾ, ਉਹ ਅਲੱਗ ਗੱਲ ਆ, ਵਕਤ ਲੱਗ ਸਕਦਾ। ਕਿਸੇ ਨੂੰ ਪਹਿਲਾਂ ਮਾਲਕ ਬਖਸ਼ਿਸ਼ ਕਰ ਦਿੰਦਾ ਤੇ ਕਿਸੇ ਨੂੰ ਥੋੜਾ ਜਿਹਾ ਲੇਟ, ਕਿਸੇ ਨੂੰ ਉਦੋਂ ਲੇਟ ਕਰ ਦਿੰਦਾ, ਪਰ ਮਾਲਕ ਦੇ ਘਰੇ ਨੇਰ ਨਹੀਂ ਦੇਰ ਆ। ਹੁਣ ਜਦੋਂ ਲੋਕ ਜਿਹੜੇ ਕੁਝ ਗੁਰੂ ਨਾਨਕ ਸਾਹਿਬ ਦੇ ਹੱਕ 'ਚ ਬੋਲੇ ਸੀ, ਉਹ ਵੀ ਹੈਰਾਨ, ਯਾਰ ਵੀ ਆਪਾਂ ਤਾਂ ਬਾਬੇ ਨਾਨਕ ਦੀ ਗੱਲ ਸੁਣ ਕੇ ਉਹਦੇ ਨਾਲ ਸਹਿਮਤ ਹੋ ਗਏ ਸੀ, ਇਹ ਤਾਂ ਗੱਲ ਹੀ ਗਲਤ ਹੋ ਗਈ। ਇਹ ਤਾਂ ਧਰਤ ਕੋਈ ਖੁਦ ਕਹੀ ਜਾਂਦੀ ਆ ਵੀ ਇੱਥੇ ਤਾਂ ਗੋਰਖ ਦਾ ਪ੍ਰਚਾਰ ਹੋਵੇ, ਗੋਰਖ ਦੀ ਮੱਤ ਚੱਲੇ, ਤੇ ਮੈਂ ਤਾਂ ਗੋਰਖ ਦੇ ਸੰਬੰਧ 'ਚ ਬੋਲਦੀ ਆ। ਜਦੋਂ ਲੋਕ ਬਿਟਰ ਬਿਟਰ ਇੱਕ ਦੂਜੇ ਕਿੰਨੀ ਝਾਕਣ ਲੱਗ ਗਏ, ਤੇ ਇਹਨਾਂ ਜੋਗੀਆਂ ਨੇ ਵੀ ਤਾੜੀਆਂ ਪਾਤੀਆਂ, ਹੱਥਾਂ ਤੇ ਹੱਥ ਮਾਰ ਕੇ ਤਾੜੀਆਂ ਪਾਤੀਆਂ, ਰੌਲਾ ਵੀ ਪਾਤਾ। ਕਿਉਂ? ਵੱਡਾ ਆਇਆ ਸੀ ਇੱਥੇ ਸੱਚ ਦਾ ਪ੍ਰਚਾਰ ਕਰਨ, ਵੱਡਾ ਆਇਆ ਸੀ ਸਾਨੂੰ ਸਮਝਾਉਣ ਵਾਸਤੇ। ਆਹ ਦੇਖ, ਸੁਣ, ਬਾਬਾ ਨਾਨਕ ਸਾਰੇ ਫਿਕਰ ਜੇ ਚ ਨੇ ਜਿਹੜੇ ਬਾਬੇ ਨਾਨਕ ਦੇ ਹੱਕ ਚ ਨੇ, ਪਰ ਬਾਬਾ ਨਾਨਕ ਬੇਫਿਕਰ ਆ, ਉਹਨੂੰ ਕੋਈ ਫਿਕਰ ਨਹੀਂ ਗਾ। ਬਾਣੀ ਚ ਵੀ ਲਿਖਿਆ ਨਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਅੱਜ ਚਿੰਤਾ ਦੀ ਬਿਮਾਰੀ ਹਰੇਕ ਨੂੰ ਆ। ਬਾਬਾ ਨਾਨਕ ਕਹਿੰਦਾ, ਮੈਨੂੰ ਤਾਂ ਨਾ, ਮੈਂ ਤਾਂ ਮਾੜਿਆਂ ਕੋਲੇ ਵੀ ਗਿਆ, ਚੰਗਿਆਂ ਕੋਲੇ ਵੀ ਗਿਆ, ਅਮੀਰਾਂ ਕੋਲੇ ਵੀ ਗਿਆ, ਡਾਕੂਆਂ ਕੋਲੇ, ਲੁਟੇਰਿਆਂ ਕੋਲੇ, ਚੋਰਾਂ ਕੋਲੇ, ਠੱਗਾਂ ਕੋਲੇ, ਸਭ ਕੋਲੇ ਗਿਆ, ਪਰ ਮੈਨੂੰ ਫਿਕਰ ਨਹੀਂ ਸੀਗੀ, ਮੈਨੂੰ ਚਿੰਤਾ ਕੋਈ ਨਹੀਂ ਸੀ, ਮੈਨੂੰ ਕੋਈ ਮਾਰ ਦੂ ਜਾਂ ਐਂ ਗੱਲ ਹੋ ਜੂ, ਮੈਂ ਤਾਂ ਬੇਫਿਕਰ ਸੀ। ਤੇ ਅੱਜ ਵੀ ਡਾਕਟਰ ਕਹਿੰਦੇ ਨੇ, ਜਿਹੜਾ ਬੰਦਾ ਚਿੰਤਾ ਤੋਂ ਮੁਕਤ ਆ, ਅੱਜ ਉਹਦੀ ਜ਼ਿੰਦਗੀ ਤੰਦਰੁਸਤੀ ਆ, ਉਹ ਬਿਲਕੁਲ ਦਰੁਸਤ, ਸਾਫ਼ ਸੁਥਰੇ ਜੀਵਨ ਵਾਲਾ ਗਾ ਜਿਹੜਾ ਚਿੰਤਾ। ਪਰ ਚਿੰਤਾ ਹੈ ਹਰੇਕ ਨੂੰ, ਕਿਸੇ ਨੂੰ ਕਿਸੇ ਗੱਲ ਦੀ ਤੇ ਕਿਸੇ ਨੂੰ ਕਿਸੇ ਗੱਲ ਦੀ। ਬਾਬੇ ਨਾਨਕ ਨੇ ਕਹਿਤਾ, ਲੋਕੋ ਕੋਈ ਨਾ ਚਿੰਤਾ ਨਾ ਮੰਨੋ, ਇਹ ਤਾਂ ਖੱਬੇ ਹੱਥ ਦਾ ਕੰਮ ਹੀ ਆਪਣਾ, ਤਾਂ ਹੁਣ ਆਪਾਂ ਪਕੜ ਲਾਂਗੇ ਆਪਾਂ। ਬਾਬੇ ਨਾਨਕ ਕੋਲੇ ਦਲੀਲਾਂ ਬੜੀਆਂ ਨਾ, ਤੇ ਹੁਣ ਹੋਇਆ ਕੀ ਆ, ਗੁਰੂ ਨਾਨਕ ਸਾਹਿਬ ਮੁਸਕਰਾ ਪਏ, ਹੱਸ ਪਏ। ਤੇ ਜੋਗੀ ਕਹਿੰਦੇ, ਹੱਸ ਨਾ, ਜਵਾਬ ਦੇ। ਬਾਬਾ ਨਾਨਕ ਕਹਿੰਦਾ, ਹੁਣੀ, ਲੰਮਾ ਟਾਈਮ ਨਹੀਂ ਪਾਉਣਾ ਆਪਾਂ, ਹੁਣੀ। ਜਵਾਬ ਕਿਹੜਾ? ਬਾਬਾ ਨਾਨਕ ਬੋਲ ਪਿਆ ਹੁਣ, ਕਹਿੰਦਾ, ਧਰਤੀਏ ਜਵਾਬ ਦੇ, ਜਵਾਬ ਦੇ, ਗੱਲ ਸੱਚ ਦੀ ਹੋਵੇ ਜਾਂ ਝੂਠ ਦੀ, ਗੱਲ ਜਾਣੀ ਕਿ ਨਾਨਕ ਦੀ ਹੋਵੇ ਜਾਂ ਗੋਰਖ ਦੀ। ਹੁਣ ਜਿਹੜਾ ਬੰਦਾ ਵਿੱਚ ਬਹਾਇਆ ਸੀ, ਉਹ ਦੁਬਿਧਾ ਚ ਪੈ ਗਿਆ, ਦੁਬਿਧਾ ਚ ਪੈ ਗਿਆ ਨਾ। ਕਵੀ ਸੰਤੋਖ ਸਿੰਘ ਲਿਖਦੇ ਨੇ ਇਵੇਂ, ਉਹ ਪੈ ਗਿਆ ਦੁਬਿਧਾ ਚ ਵੀ ਮੈਂ ਕਿਹਦੀ ਗੱਲ ਕਰਾਂ। ਹੁਣ ਬੋਲਿਆ ਨਾਨਕਾ, ਆਵਾਜ਼ ਨਾਨਕ ਨੇ ਦਿੱਤੀ ਆ, ਜੋਗੀਆਂ ਨੇ ਆਵਾਜ਼ ਨਹੀਂ ਦਿੱਤੀ। ਹੁਣ ਮੈਂ ਜੋਗੀਆਂ ਦੀ ਗੱਲ ਕਰਾਂ ਕਿ ਨਾਨਕ ਦੀ ਗੱਲ ਕਰਾਂ, ਉਹ ਦੁਬਿਧਾ ਚ ਪੈ ਗਿਆ। ਜਿੱਥੇ ਉਹਨੇ ਟੇਵਾ, ਵਾਹਿਗੁਰੂ ਪਹਿਲਾਂ ਤਾਂ ਉਹਨੂੰ ਚਾਬੀ ਭਰੀ ਸੀਗੀ, ਉਹਦੇ ਮੁਤਾਬਕ ਬੋਲ ਪਿਆ, ਹੁਣ ਟੇਵੇ ਮੁਤਾਬਕ ਬੋਲਦਾ। ਜਿਵੇਂ ਕਈ ਵਾਰ ਨਾ ਕੋਈ ਸਵਾਲ ਹੋਵੇ, ਆਪਾਂ ਅੰਦਾਜ਼ੇ ਜਿਹੇ ਨਾਲ ਹੀ ਉੱਤਰ ਦੇ ਦਿੰਦੇ ਉਹਦਾ, ਵੀ ਚੱਲ ਜੇ ਸਹੀ ਹੋ ਗਿਆ ਤਾਂ ਵੀ ਠੀਕ ਆ, ਤੇ ਨਾ ਸਹੀ ਹੋਇਆ ਤਾਂ ਵੀ ਠੀਕ ਆ। ਜਦੋਂ ਬਾਬੇ ਨਾਨਕ ਦੀ ਆਵਾਜ਼ ਸੁਣੀ ਤੇ ਬਾਬੇ ਨਾਨਕ ਦੇ ਹੱਕ 'ਚ ਉਹ ਟੋਏ 'ਚੋਂ ਬੋਲ ਪਿਆ, ਕਹਿੰਦਾ, ਨਾਨਕ ਮੱਤਾ, ਨਾਨਕ ਮੱਤਾ, ਨਾਨਕ ਮੱਤਾ। ਚਲੋ ਉਹ ਬੱਚਾ ਬੋਲਿਆ, ਪਹਿਲਾਂ ਗੋਰਖ ਮੱਤਾ ਫਿਰ ਨਾਨਕ ਮੱਤਾ। ਜਿੰਨੇ ਲੋਕ ਬਾਬੇ ਨਾਨਕ ਦੇ ਹੱਕ 'ਚ ਭੁਗਤੇ ਸੀ, ਸਾਰਿਆਂ ਨੇ ਰੌਲਾ ਪਾਤਾ ਵੀ ਧਰਤੀ ਨਾਨਕ ਦੇ ਹੱਕ 'ਚ ਬੋਲ ਪਈ, ਨਾਨਕ ਦੇ ਹੱਕ 'ਚ ਬੋਲ ਪਈ। ਗੁਰੂ ਨਾਨਕ ਸਾਹਿਬ ਕਹਿੰਦਾ, ਚੁੱਪ ਕਰੋ, ਰੌਲਾ ਨਾ ਪਾਓ, ਆਪਾਂ ਇੱਥੇ ਇਹਨਾਂ ਦਾ ਪਾਜ ਉਘੇੜਨਾ। ਭੰਗਰਨਾਥ ਤੇ ਝੰਗਰਨਾਥ ਨੂੰ ਕਹਿੰਦੇ, ਉੱਠ ਖੜਾ ਹੋ ਇੱਥੋਂ,
खड़ा हो। जो खड़ा हो गया ना, बाबा नानक कहता गल असलीयत नहीं, जो नानक दा मत कहा ना ये कच्ची गल आ। लोग हसे, ताड़ियां पाइयां, नानक दे हक च बोले, पर बाबा नानक भंगरनाथ जोगी नूं, झंगरनाथ नूं कहंदा खड़े होवो। जो खड़े हो ना, चक्कियां पल्लियां जां कोई भी कपड़ा चक्या, जो कखां कानां दी छत्त पाई है चक्की, ते विचों की निकलिया बच्चा, ते बाबे नानक ने पाज उघेड़ता, कहंदा आ धरती बोलदी सी ते सच्ची धरती हुण बोलू। इदू बाद ਪਹਿਲਾਂ ਤਾਂ ਨਕਲੀ ਧਰਤੀ ਬੋਲੀ ਸੀ, ਜਿਹੜਾ ਵਿੱਚ ਬੱਚਾ ਬਾੜਿਆ ਸੀ। ਜੋਗੀਆਂ ਦੇ ਮੂੰਹ ਹੋ ਗਏ ਨੀਵੇਂ, ਉਹਨਾਂ ਦੀ ਗਲਤੀ ਫੜੀ ਗਈ ਨਾ। ਜਦੋਂ ਕਿਸੇ ਬੰਦੇ ਦੀ ਗਲਤੀ ਫੜੀ ਜਾਵੇ, ਬਸ਼ਰਮੀ ਹੁੰਦਾਗਾ ਜਿਹੜਾ ਤੁਰਿਆ ਫਿਰੇ, ਤੇ ਅਣਖ ਵਾਲਾ ਤਾਂ ਮੂੰਹ ਨੀਵਾਂ ਕਰ ਲੈਂਦਾ ਹੁੰਦਾ। ਜਿਹਦੇ 'ਚ ਮਾੜੀ ਮੋਟੀ ਕੋਈ ਹੋਵੇ ਗੱਲਬਾਤ, ਉਹ ਤਾਂ ਮੂੰਹ ਨੀਵਾਂ ਕਰ ਲਾ, ਜਾਂ ਉਹ ਆਪਣਾ ਇਲਾਕਾ ਛੱਡ ਜੂਗਾ। ਹੁਣ ਜਦੋਂ ਬਾਬੇ ਨਾਨਕ ਨੇ ਪਾਜ ਉਘੇੜਤਾ ਤੇ ਉਸ ਟਾਈਮ ਤੇ ਜੋਗੀਆਂ ਦੇ ਮੂੰਹ ਨੀਵੇਂ ਹੋ ਗਏ। ਬਹੁ ਗਿਣਤੀ ਤਾਂ ਜੋਗੀ ਬਾਬੇ ਨਾਨਕ ਵਾਲੀ ਲਾਈਨ ਟੱਪ ਗਈ। ਉਹ ਤਾਂ ਕਹਿੰਦੇ ਅਸੀਂ ਤਾਂ ਇਹਦੀ ਗੱਲ ਹੀ ਸੁਣਾਂਗੇ, ਹੁਣ ਇਹਦੇ ਮੁਤਾਬਕ ਹੀ ਚੱਲਾਂਗੇ। ਇਹ ਤਾਂ ਤਰੀਕਾ ਹੀ ਬੜਾ ਸੋਹਣਾ ਜ਼ਿੰਦਗੀ ਜਿਉਣ ਦਾ ਦੱਸਦਾ। ਤੁਸੀਂ ਤਾਂ ਸਾਨੂੰ ਸਵਾਹ 'ਚ ਲਵੇੜੀ ਜਾਂਦੇ ਹੋ, ਪੁੱਠੇ ਲਮਕਾਈ ਜਾਂਦੇ ਹੋ, ਸ਼ਰਾਬਾਂ ਪਿਆਈ ਜਾਂਦੇ ਹੋ, ਧਤੂਰੇ ਪਿਆਈ ਜਾਂਦੇ ਹੋ, ਗੰਦਮੰਦ ਖਵਾਈ ਜਾਂਦੇ ਹੋ। ਤੁਹਾਡੇ ਨਾਲ ਜ਼ਿੰਦਗੀ ਘਟੀਆ, ਤੇ ਬਾਬੇ ਨਾਨਕ ਦੀਆਂ ਗੱਲਾਂ ਸੁਣ ਕੇ ਸਾਨੂੰ ਜ਼ਿੰਦਗੀ ਵਧੀਆ ਲੱਗਦੀ ਆ। ਤੇ ਇੱਥੋਂ ਨਾ ਫਿਰ ਬਾਬੇ ਨਾਨਕ ਦਾ ਹੋਕਾ ਸੱਚ ਦਾ ਸੁਣ ਕੇ ਇਹ ਜੋਗੀ ਟਲ ਗਏ ਸੀ, ਜਾਣੀ ਕਿ ਇਹ ਜਗ੍ਹਾ ਹੀ ਛੱਡ ਗਏ। ਇਹ ਜਗ੍ਹਾ ਨਾ ਨਾਨਕ ਗੋਰਖ ਮੱਤੇ ਵਾਲਾ ਥਾਂ ਉਹ ਛੱਡ ਕੇ ਤੇ ਚਲੇ ਗਏ। ਤੇ ਕੌਣ ਰਹਿ ਗਿਆ ਫਿਰ ਹੁਣ ਪ੍ਰਚਾਰ ਸੱਚ ਦਾ? ਅਸਲੀ ਧਰਤੀ ਕਿਵੇਂ ਬੋਲੀ ਆ? ਅਸਲੀ ਧਰਤੀ ਤਾਂ ਅੱਜ ਵੀ ਬੋਲਦੀ ਆ ਵੀ ਨਾਨਕ ਦੇ ਵਿੱਚ ਬਹੁਤ ਖਾਸ ਗੁਣ ਸੀ, ਉਹਦੇ ਵਿੱਚ ਬਹੁਤ ਵੱਡੀ ਬਖਸ਼ਿਸ਼ ਸੀ। ਬਾਬੇ ਨਾਨਕ ਨੇ ਜੋਗੀ ਬਣਾਇਆ, ਤੇ ਪਰ ਕਿਹੜੇ ਰੂਪ 'ਚ ਬਣਾਇਆਗਾ? ਜੋਗ ਨਾ ਖਿੰਥਾ। ਪਾਤਸ਼ਾਹ ਨੇ ਲਿਖਿਆ ਨਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ। ਨਾ ਤਾਂ ਡੰਡੇ ਫੜ ਕੇ ਜੋਗੀ ਬਣਿਆ ਜਾਵੇ, ਨਾ ਭਸਮ ਚੜਾ ਕੇ ਜੋਗੀ ਬਣਿਆ ਜਾਵੇ, ਤੇ ਨਾ ਹੱਥ ਵਿੱਚ ਕੋਈ ਕਿਸੇ ਤਰ੍ਹਾਂ ਦਾ ਲੋਟਾ ਫੜ ਕੇ ਜੋਗੀ ਬਣਿਆ ਜਾਵੇ, ਤੇ ਨਾ ਕਿਸੇ ਤਰ੍ਹਾਂ ਦਾ ਕਮੰਡਲ ਫੜ ਕੇ ਜੋਗੀ ਬਣਿਆ ਜਾਵੇ। ਜਾਣੀ ਕਿ ਜੋਗੀਆਂ ਵਾਲੇ ਧਾਰਮਿਕ ਚਿੰਨ੍ਹਾਂ ਨੂੰ ਬਾਬੇ ਨਾਨਕ ਨੇ ਉੱਥੇ ਸੱਚ ਦੀ ਬਾਣੀ ਸੁਣਾ ਕੇ ਨਾ ਕੱਟਤਾ, ਬਿਲਕੁਲ ਕੱਟਤਾ। ਅੱਜ ਗੋਰਖ ਮੱਥਾ ਨਾਮ ਕੱਟਿਆ ਗਿਆ, ਤੇ ਨਾਨਕ ਮੱਤਾ ਇਸ ਧਰਤੀ ਦਾ ਨਾਮ ਪੈ ਗਿਆ। ਨਾਨਕ ਦਾ ਮੱਤ ਪ੍ਰਚਾਰ ਸ਼ੁਰੂ ਹੋ ਗਿਆ। ਫਿਰ ਪਾਤਸ਼ਾਹ ਕਹਿੰਦੇ ਨੇ, ਜੋਗ ਨਾ ਮੁੰਦੀ ਮੂੰਡ ਮੁੰਡਾਇਆ। ਪਾਤਸ਼ਾਹ ਕਹਿੰਦੇ ਨਾ, ਇਹ ਮੁੰਦਰਾਂ ਪਾਉਣ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ ਭਾਈ। ਜਾਣੀ ਕਿ ਬਾਬੇ ਨਾਨਕ ਨੇ ਬਹੁਤ ਸਿਆਣੀ ਗੱਲ ਕੀਤੀ, ਕੰਨ ਪੜਵਾ ਕੇ। ਬਾਣੀ ਵਿੱਚ ਵੀ ਲਿਖਿਆ ਨਾ, ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ। ਕੰਨਾਂ ਵਿੱਚ ਕੁੰਡਲ ਪਾ ਕੇ, ਗਲਾਂ ਵਿੱਚ ਮਲਾਵਾਂ ਪਾ ਕੇ, ਇਦਾਂ ਭਾਈ ਭੇਖ ਧਾਰਨ ਕਰਕੇ ਅਸਲੀ ਜੋਗੀ ਨਹੀਂ ਬਣਿਆ ਜਾਂਦਾ। ਪਾਤਸ਼ਾਹ ਜੀ ਫਿਰ ਜ਼ਿਕਰ ਕੀ ਕਰਦੇ ਨੇ? ਕਹਿੰਦੇ ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਵਾਈ ਹੈ। ਫਿਰ ਵਾਹਿਗੁਰੂ ਜੀ ਕਹਿੰਦੇ ਨੇ, ਅੰਜਨ ਮਾਹੇ ਨਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਆ ਬਾਬੇ ਨਾਨਕ ਨੇ ਉੱਥੇ ਧਰਤੀ ਤੋਂ ਬੁਲਵਾਇਆ। ਕਹਿੰਦੇ ਨਾ, ਆਪਣੇ ਘਰ ਨੂੰ ਛੱਡ ਕੇ ਜੋਗੀ ਨਹੀਂ ਬਣਿਆ ਜਾਂਦਾ। ਜਾਣੀ ਕਿ ਰਸੋਈ ਦੇ ਵਿੱਚੋਂ ਬਾਹਰ ਨਿਕਲ ਕੇ ਜੇ ਕੋਈ ਬੰਦਾ ਕਵੇ ਨਾ, ਲੈ ਮੈਂ ਤਾਂ ਨਾ ਆਪਣੇ ਕੱਪੜੇ ਮੈਲੇ ਨਹੀਂ ਹੋਣ ਦਿੰਦਾ, ਦੇਖ ਬਿਲਕੁਲ ਸਾਫ਼ ਨੇ, ਤੇ ਜਿਹੜਾ ਰਸੋਈ 'ਚ ਕੰਮ ਕਰਦਾ ਉਹ ਕੀ ਕਹਿੰਦਾ? ਤਾਂ ਪਤਾ ਲੱਗੂ ਜੇ ਤੂੰ ਰਸੋਈ 'ਚ ਆਵੇਂ, ਰਸੋਈ 'ਚ ਆਵੇਂ ਤਾਂ ਪਤਾ ਲੱਗੂ। ਰਸੋਈ 'ਚ ਆਉਣ ਵਾਲੇ ਦੇ ਕੱਪੜੇ ਕਾਲੇ ਹੋਣੇ ਸੁਭਾਵਿਕ ਆ। ਰਸੋਈ ਤੋਂ ਬਾਹਰ ਭੱਜ ਕੇ ਕੱਪੜੇ ਸਾਫ਼ ਰੱਖਣੇ ਇਹ ਮੂਰਖਤਾ। ਨਾਲੇ ਕਹਿਣਾ ਵੀ ਦੇਖ ਮੈਂ ਲਿਬੜਿਆ ਨਹੀਂ ਗਿਆ, ਸਾਫ਼ ਆ ਬਿਲਕੁਲ। ਤੇ ਬਖਸ਼ਿਸ਼ ਕੀਤੇ ਆ ਜਿਹੜਾ ਰਸੋਈ ਦੇ ਵਿੱਚ ਰਹਿੰਦਾ ਹੋਇਆ, ਜਾਣੀ ਕਿ ਕਾਲਖ ਦੇ ਵਿੱਚ ਰਹਿੰਦਾ ਹੋਇਆ, ਕਾਲਖ ਤੋਂ ਬਚ ਜਾਵੇ, ਬਖਸ਼ਿਸ਼ ਉਹ ਤੇ ਆ। ਜਿਹੜਾ ਬੱਚਿਆਂ ਕੋਲੇ ਰਹਿੰਦਾ ਨਾ, ਪਰਿਵਾਰ ਕੋਲੇ ਰਹਿੰਦਾ, ਆਪਣੇ ਗ੍ਰਸਤੀ ਘਰ ਦੇ ਵਿੱਚ ਰਹਿੰਦਾ ਹੋਇਆ, ਮਾੜੇ ਕੰਮਾਂ ਤੋਂ ਬਚ ਜਾਵੇ। ਲੋਕਾਂ ਵਿੱਚ ਰਹਿੰਦਾ ਹੋਇਆ ਮੈਲ ਲਵਾਉਣ ਤੋਂ, ਜਾਣੀ ਕਿ ਬਦਨਾਮੀ ਖੱਟਣ ਤੋਂ ਬਚ ਜਾਵੇ। ਬਾਬਾ ਨਾਨਕ ਕਹਿੰਦਾ ਉਹ ਜੋਗੀ ਸੱਚਾ ਭਾਈ। ਹੁਣ ਇੱਥੇ ਪਤਾ ਲੱਗ ਗਿਆ ਨਾ ਜੋਗੀ ਕਿਹਨੂੰ ਕਿਹਾ ਹੈਗਾ? ਸਾਨੂੰ ਜੋਗੀ ਕਹਿਤਾ।
ਉਹ ਜੋਗੀ ਨਹੀਂ ਜਿਹੜੇ ਗੋਰਖ ਦੇ ਮਤ ਮੁਤਾਬਕ ਚੱਲਦੇ ਨੇ। ਇੱਥੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋਗੀ ਕਹਿਤਾ ਵੀ ਜੋਗੀ ਉਹ ਆ ਜਿਹੜਾ ਬੱਚਿਆਂ 'ਚ, ਪਰਿਵਾਰ 'ਚ, ਨਗਰ 'ਚ, ਆਪਣੇ ਦੁਨੀਆ ਦੇ ਵਿੱਚ ਰਹਿੰਦਾ ਹੋਇਆ, ਦੁਨੀਆ ਦੇ ਵਿੱਚ ਰਹਿੰਦਾ ਹੋਇਆ ਮੈਲ ਤੋਂ ਬਚ ਜਾਵੇ। ਮੈਲ ਮੀਨ 'ਚ ਬਦਨਾਮੀ, ਬਦਨਾਮੀ ਤੋਂ ਬਚ ਜਾਵੇ, ਉਹ ਜੋਗੀ ਆ ਭਾਈ। ਤੁਸੀਂ ਤਾਂ ਘਰ ਵੀ ਛੱਡਿਆ ਤੇ ਬਦਨਾਮੀ ਵੀ ਖੱਟੀ ਜਾਂਦੇ ਹੋ। ਘਰ ਵੀ ਛੱਡਿਆ, ਬਦਨਾਮੀ ਵੀ ਖੱਟੀ, ਇਹ ਕਾਹਦਾ ਜੋਗੀ ਬਣਾਗਾ। ਫਿਰ ਪਾਤਸ਼ਾਹ ਨੇ ਲਿਖਿਆ ਕੀ ਆ? ਪਾਤਸ਼ਾਹ ਕਹਿੰਦੇ ਅੰਜਨ ਮਾਹੇ ਨਰੰਜਨ ਰਹੀ ਹੈ। ਅੰਜਨ ਮੀਨਸ ਕਾਲਖ, ਮੈਲ, ਬਦਨਾਮੀ। ਅੰਜਨ ਮਾਹੇ ਨਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਫਿਰ ਅੱਗੇ ਕੀ ਕਿਹਾ? ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ। ਤੇ ਹੁਣ ਆਪਾਂ ਹੀ ਕਹੀਏ ਗੱਲਾਂ ਦੇ ਨਾਲ ਸਿਆਣੇ ਨਹੀਂ ਬਣਿਆ ਜਾਂਦਾ, ਗੱਲਾਂ ਦੇ ਨਾਲ ਧਰਮੀ ਨਹੀਂ ਬਣਿਆ ਜਾਂਦਾ, ਗੱਲਾਂ ਦੇ ਨਾਲ ਕੁਝ ਖੱਟਿਆ ਨਹੀਂ ਜਾਂਦਾ। ਗੱਲਾਂ ਦੇ ਨਾਲ ਫੋਕੀਆਂ ਗੱਲਾਂ ਬਾਬੇ ਨਾਨਕ ਨੂੰ ਵੀ ਪਸੰਦ ਨਹੀਂ। ਬਾਬਾ ਨਾਨਕ ਕਹਿੰਦਾ ਜੇ ਗੱਲਾਂ ਕਰਨੀਆਂ ਚੱਜ ਦੀਆਂ ਕਰ, ਸਿਆਣੀਆਂ ਕਰ। ਲੋਕ ਸਿਆਣਾ ਕਹਿਣ ਤਾਂ ਤੂੰ ਸਿਆਣਾ, ਲੋਕ ਧਰਮੀ ਕਹਿਣ ਤਾਂ ਤੂੰ ਧਰਮੀ ਆ, ਲੋਕ ਚੰਗਾ ਕਹਿਣ ਤਾਂ ਤੂੰ ਚੰਗਾ। ਕਿਸੇ ਪੱਖ ਤੇ ਆਪਣੀ ਜ਼ਿੰਦਗੀ ਵਿੱਚ ਗੱਲਾਂ ਕਰਕੇ ਅੱਗੇ ਨਹੀਂ ਆ ਸਕਦਾ। ਗੱਲੀ ਜੋਗ ਨਾ ਹੋਈ। ਪਾਤਸ਼ਾਹ ਕਹਿੰਦੇ ਗੱਲਾਂ ਦੇ ਨਾਲ ਭਾਈ ਜੋਗ ਨਹੀਂ ਕਮਾਇਆ ਜਾ ਸਕਦਾ। ਕਿਵੇਂ ਕਮਾਇਆ ਜਾਊ? ਅੰਜਨ ਮਾਹੇ ਨਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਗੱਲੀ ਜੋਗ ਨਾ ਹੋਈ। ਪਾਤਸ਼ਾਹ ਕਹਿੰਦੇ ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀ ਹੈ ਸੋਈ। ਜਿਹੜਾ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖੇ ਉਹ ਜੋਗੀ ਹੁੰਦਾ। ਤੇ ਤੁਸੀਂ ਤਾਂ ਕਮਲਿਓ ਮੈਨੂੰ ਹੀ ਗਲਤ ਨਿਗਾਹ ਨਾਲ ਤੱਕਣ ਲੱਗ ਗਏ, ਮੈਨੂੰ ਗਲਤ ਨਿਗਾਹ ਨਾਲ ਤੱਕਣ ਲੱਗ ਗਏ ਨਾ। ਜਦੋਂ ਇਦਾਂ ਦੀਆਂ ਬਾਬੇ ਨਾਨਕ ਨੇ ਗੋਰਖ ਮੱਤੇ ਦੀ ਧਰਤੀ ਤੇ ਭਰੇ ਇਕੱਠ ਦੇ ਵਿੱਚ ਖਰੀਆਂ ਖਰੀਆਂ ਜੋਗੀਆਂ ਨੂੰ ਸੁਣਾਈਆਂ ਤੇ ਜੋਗੀਆਂ ਨੂੰ ਭੱਜਣ ਨੂੰ ਥਾਂ ਨਹੀਂ ਥਿਆਇਆ, ਤੇ ਉਹ ਧਰਤੀ ਛੱਡ ਕੇ ਜੋਗੀ ਭੱਜ ਗਏ। ਕੁਝ ਭੱਜ ਗਏ, ਕੁਝ ਬਾਬੇ ਨਾਨਕ ਨਾਲ ਖੜ ਗਏ। ਕੁਝ ਵਾਗੇ ਸੀ, ਕੁਝ ਬਾਬੇ ਨਾਨਕ ਦੇ ਨਾਲ ਹੱਕ 'ਚ ਖੜ ਗਏ। ਫਿਰ ਇੱਥੇ ਪਾਤਸ਼ਾਹ ਦੇ ਚਰਨ ਪੈਣ ਕਰਕੇ ਉਸ ਤੋਂ ਬਾਅਦ ਇਸ ਧਰਤੀ ਦਾ ਨਾਮ ਗੋਰਖ ਮੱਤਾ ਬੰਦ ਹੋ ਕੇ ਨਾਨਕ ਮੱਤਾ ਟਿਕ ਗਿਆ। ਤੇ ਅੱਜ ਜਦੋਂ ਆਪਾਂ ਜਾਂਦੇ ਹਾਂ ਤੇ ਆਮ ਹੀ ਆਪਾਂ ਕਹਿੰਦੇ ਵੀ ਨਾਨਕ ਮੱਤੇ ਜਾ ਕੇ ਆਏ ਆ ਭਾਈ, ਜਾਣੀ ਕਿ ਜਿੱਥੇ ਨਾਨਕ ਦੇ ਮੱਤ ਦਾ ਪ੍ਰਚਾਰ ਹੈ। ਸੋ ਬੇਨਤੀ ਆ ਵੀ ਆਪਾਂ ਘਰ ਘਰ ਬਾਬਾ ਗਾਵੀ ਹੈ। ਆਪਾਂ ਨਾਨਕ ਦਾ ਮੱਤ ਆਪਣੇ ਘਰਾਂ ਦੇ ਵਿੱਚ ਹੀ ਲੈ ਕੇ ਆਈਏ। ਆਪਣੇ ਘਰ ਦੇ ਵਿੱਚੋਂ ਬਾਬੇ ਨਾਨਕ ਨੂੰ ਕਦੇ ਨਾ ਕੱਢੋ। ਬੇਨਤੀ ਹੈ, ਜਿਵੇਂ ਆਪਾਂ ਗੱਲ ਨਹੀਂ ਕਰਦੇ ਵੀ ਹਾੜਾ, ਬੇਨਤੀ ਆ ਭਾਈ ਬਾਬੇ ਨਾਨਕ ਦਾ ਤੁਸੀਂ ਇਤਿਹਾਸ ਸੁਣ ਰਹੇ ਹੋ। ਸੱਚੋਂ ਹੀ ਬਾਬਾ ਨਾਨਕ ਵੱਡਾ, ਸਭ ਤੋਂ ਵੱਡਾ ਸਤਿਗੁਰ ਨਾਨਕ ਕਿਵੇਂ ਲੋਕਾਂ ਦਾ ਭਲਾ ਕਰੀ ਜਾਂਦਾ। ਹਰਿਦੁਆਰ ਗਿਆ, ਦੇਖੋ ਉਹ ਵੀ ਪਿਓਰ ਜਮੈਨ ਹਿੰਦੂਆਂ ਦਾ ਗਾੜਾ, ਅਗਲੇ ਦੇ ਘਰੇ ਜਾ ਕੇ ਸੱਚ ਦੀ ਗੱਲ ਕੀਤੀ। ਵੈਸੇ ਨੂੰ ਸਾਧ ਦੇ ਨਾਲ ਮੁਲਾਕਾਤ ਬਹਿਸ ਜਿਹੜੀ ਹੋਈ ਆ ਉਹ ਕੱਲ ਤੁਸੀਂ ਸੁਣੀ ਆ। ਕਿਸੇ ਬੰਦੇ ਦੇ ਦਿਲ ਤੇ ਸੱਟ ਮਾਰਨੀ ਹੈ ਤਾਂ ਭੈੜੀ ਆ ਨਾ, ਪਰ ਬਾਬੇ ਨਾਨਕ ਨੇ ਕਿਸੇ ਦਾ ਭਲਾ ਕਰਨ ਦੇ ਲਈ ਕੈਂਚੀ ਚਲਾਈ ਆ। ਹੁਣ ਡਾਕਟਰ ਆ ਨਾ, ਉਹ ਆਪਣੇ ਤਨ ਤੇ ਕੋਈ ਕਿਸੇ ਤਰ੍ਹਾਂ ਦਾ ਆਪਰੇਸ਼ਨ ਕਰਨਾ, ਬਲੇਡ ਚਲਾਉਂਦੇ ਨੇ, ਉਹਨਾਂ ਦੀ ਭਾਵਨਾ ਤਾਂ ਪਿੱਛੇ ਭਲਾ ਕਰਨਾ। ਤੇ ਇੱਕ ਬਲੇਡ ਉਹਨੇ ਮਾਰਿਆ ਜਿਹੜਾ ਸਾਡਾ ਦੁਸ਼ਮਣ ਆ। ਦੁਸ਼ਮਣ ਦਾ ਬਲੇਡ ਖਤਰਨਾਕ ਆ, ਡਾਕਟਰ ਦਾ ਬਲੇਡ ਚੰਗਾ। ਬਲੇਡ ਦੋਨੀ ਮਤਲਬ ਕਿ ਸਾਡੇ ਤਨ ਤੇ ਚੰਡ ਕਰਦੇ ਨੇ, ਪਰ ਦੁਸ਼ਮਣ ਵਾਲਾ ਚੰਡ ਭੈੜਾ ਤੇ ਡਾਕਟਰ ਵਾਲਾ ਚੰਡ ਚੰਗਾ। ਉਹ ਭਲੇ ਵਾਲਾ ਚੰਡ ਆ। ਦਿਲ ਤੇ ਚੋਟ ਮਾਰੀ ਭੈੜੀ ਆ, ਪਰ ਇੱਕ ਤਾਂ ਚੋਹ ਮਾਰਦਾ ਨਾ, ਉਹ ਤਾਂ ਭੈੜਾ। ਤੇ ਇੱਕ ਦਿਲ ਤੇ ਚੋਟ ਉਹ ਮਾਰਦਾ ਜਿਹੜਾ ਸਾਡਾ ਭਲਾ ਕਰੇ। ਬਾਬੇ ਨਾਨਕ ਨੇ ਦਿਲ ਤੇ ਚੋਟਾਂ ਮਾਰੀਆਂ ਨੇ ਸਾਡਾ ਭਲਾ ਕਰਨ ਦੇ ਲਈ। ਫਿਰ ਉਸ ਤੋਂ ਬਾਅਦ ਅੱਜ ਆਪਾਂ ਸੁਣਿਆ ਬਾਬਾ ਨਾਨਕ ਪ੍ਰਯਾਗ ਗਿਆ, ਤੇ ਪ੍ਰਯਾਗ ਦੇ ਵਿੱਚ 3 ਨਦੀਆਂ ਦਾ ਸੁਮੇਲ ਹੁੰਦਾ। ਇਹਨੂੰ ਕੁੰਭ ਦਾ ਮੇਲਾ ਵੀ ਕਿਹਾ ਜਾਂਦਾ। ਬੜੀ ਦੁਨੀਆ ਉੱਥੇ ਤੁਰੀ ਫਿਰਦੀ ਆ, ਤੇ ਪਾਤਸ਼ਾਹ ਜੀ ਉੱਥੇ ਵੀ ਗਏ ਨੇਗੇ। ਅੱਛਾ, ਉੱਥੇ 3 ਨਦੀਆਂ ਦਾ ਸੁਮੇਲ ਆ। ਉਹ ਆਪਾਂ ਵੈਸੇ ਸਾਰਾ ਸੁਣ ਚੁੱਕੇ, ਮੈਂ ਦੁਬਾਰਾ ਰਿਪੀਟ ਕਰਦਾ ਵੀ ਇੱਕ ਬੋਹੜ ਆ, ਬੋਹੜ ਤੋਂ ਡਿੱਗ ਕੇ ਜਿਹੜਾ ਮਰੂਗਾ ਉਹ ਸਿੱਧਾ ਸਵਰਗ ਨੂੰ ਜਾਊ। ਆਹ ਲੋਕਾਂ 'ਚ ਕੰਮ ਸੀ। ਬਾਬੇ ਨਾਨਕ ਨੇ ਗੱਲ ਵੀ ਰੀਤ ਨੂੰ ਮਾੜਾ ਮੰਨਿਆ, ਟਿੱਪਣੀ ਕੀਤੀ ਤੇ ਭਲਾ ਕੀਤਾ। ਫਿਰ ਬਾਬਾ ਨਾਨਕ ਜਿੱਥੇ ਰਾਮਚੰਦਰ ਗਿਆ ਅਯੁੱਧਿਆ ਦੇ ਵਿੱਚ, ਉੱਥੇ ਗਿਆ। ਉੱਥੇ ਕੀ ਕੁਛ ਹੁੰਦਾ ਸੀ ਉਹ ਵੀ ਆਪਾਂ ਸੁਣ ਲਿਆ। ਪੱਥਰ ਪੂਜੇ ਜਾਂਦੇ ਸਨ, ਤੁਲਸੀ ਦੀ ਪੂਜਾ ਸੀ, ਮਤਲਬ ਜੋ ਹੈ ਮਨ ਮਤ ਸੀ ਉਹਦੇ ਖਿਲਾਫ ਬਾਬੇ ਨਾਨਕ ਨੇ ਸੱਚੀ ਗੱਲ ਕੀਤੀ, ਭਲਾ ਕੀਤਾ। ਤੇ ਫਿਰ ਬਾਬਾ ਨਾਨਕ
ਨਾਨਕ ਮੱਤੇ ਪਹੁੰਚਦੇ ਨੇ, ਜਾਣੀ ਕਿ ਗੋਰਖ ਮੱਤੇ ਪਹੁੰਚ ਕੇ ਜੋਗੀਆਂ ਦੇ ਨਾਲ ਚਰਚਾ ਕਰਕੇ ਜੋਗੀਆਂ ਨੂੰ ਸਿੱਧੇ ਰਸਤੇ ਤੇ ਪਾਇਆ, ਬਹੁਤੇ ਭੱਜ ਗਏ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਕਿੱਥੇ ਪਹੁੰਚਦੇ ਨੇ, ਉਹ ਆਉਣ ਵਾਲੇ ਕੱਲ੍ਹ ਨੂੰ ਆਪਾਂ ਸੁਣਾਂਗੇ। ਮਾਲਕ ਮਿਹਰ ਕਰੇ ਆਪਾਂ ਸਾਰੇ ਗੁਰੂ ਨਾਨਕ ਪਾਤਸ਼ਾਹ ਦੀ ਸੱਚੀ ਬਾਣੀ ਨੂੰ, ਸੱਚੇ ਇਤਿਹਾਸ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਲੈ ਕੇ ਆਈਏ। ਜਿਵੇਂ ਆਸਾ ਦੀ ਵਾਰ ਬਾਰੇ ਆਪਾਂ ਸੁਣਿਆ ਸੀ ਨਾ, ਅੱਧੀ ਬਾਹਰ ਪੜ੍ਹੀ ਜਾਂਦੀ ਆ, ਅੱਧੀ ਅੰਦਰ। ਬਾਹਰਲੀ ਆਸਾ ਦੀ ਵਾਰ ਦੁਨੀਆ ਦਾ ਮੋਹ ਲਹਾ ਕੇ ਫੇਰ ਸਾਨੂੰ ਦੱਸਦੀ ਆ ਵੀ ਹੁਣ ਆਪਣੇ ਅੰਦਰ ਪ੍ਰਕਾਸ਼ ਕਰ ਲਾ, ਜਾਣੀ ਕਿ ਬਾਹਰੋਂ ਐਨ ਬਿਲਕੁਲ ਰਹਿਤ ਵਿੱਚ ਆ ਕੇ ਸਾਫ਼ ਹੋ ਕੇ ਨਾ ਹੁਣ ਅੰਦਰ ਬਾਣੀ ਨੂੰ ਟਿਕਾ ਲਾ, ਹੁਣ ਅੰਦਰੋਂ ਭਲਾ ਤੇਰਾ ਕਰਨਾ ਸ਼ੁਰੂ ਕਰ ਦੇਵੇਗੀ। ਸੋ ਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਇਸੇ ਤਰ੍ਹਾਂ ਨਾਮ ਬਾਣੀ ਨਾਲ ਆਪਾਂ ਜੁੜੇ ਰਹੀਏ ਤਾਂ ਸਾਡੀ ਜ਼ਿੰਦਗੀ ਸੁਹੇਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ